ਰੀਅਲ ਸਟੇਟ ਟਾਕ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਬਹੁਤ ਜੀ ਆਇਆਂ ਤੇ ਤੁਹਾਡਾ ਬਹੁਤ ਧੰਨਵਾਦ ਆ ਸਾਡਾ ਪ੍ਰੋਗਰਾਮ ਪਸੰਦ ਕਰਨ ਦੇ ਲਈ। ਤੇ ਅੱਜ ਅਸੀਂ ਤੁਹਾਡੇ ਲਈ ਇੱਕ ਨਵਾਂ ਸੈਗਮੈਂਟ ਲੈ ਕੇ ਆਏ ਹਾਂ। ਇਸ ਜਿਹੜਾ ਦੌਰ ਚੱਲ ਰਿਹਾ ਅੱਜ ਕੱਲ੍ਹ ਮਹਾਂਮਾਰੀ ਦਾ, ਉਹਦੇ ਵਿੱਚ ਰੀਅਲ ਸਟੇਟ ਨੂੰ ਕਾਫੀ ਜਿਹੜਾ ਆਪਾਂ ਕਹਿ ਸਕਦੇ ਹਾਂ ਕਿ ਝਟਕਾ ਲੱਗਾ ਹੈਗਾ। ਔਰ ਦੇਖਦੇ ਹਾਂ ਆਪਣੇ ਨਾਲ ਸੁਧੀਰ ਮਹਿਤਾ ਜੀ ਹਮੇਸ਼ਾ ਦੀ ਤਰ੍ਹਾਂ ਸਾਡੇ ਨਾਲ ਨੇ, ਐਕਸਪਰਟ ਨੇ ਰੀਅਲ ਸਟੇਟ ਦੇ, ਤੇ ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਪਹਿਲਾਂ ਕਰਦੇ ਹਾਂ ਉਹਨਾਂ ਦਾ ਸਵਾਗਤ। ਸੁਧੀਰ ਮਹਿਤਾ ਜੀ, ਤੁਹਾਡਾ ਪ੍ਰੋਗਰਾਮ ਦੇ ਵਿੱਚ ਬਹੁਤ ਸਵਾਗਤ ਹੈ ਜੀ। ਧੰਨਵਾਦ ਨੀਲੇਪ ਜੀ, ਔਰ ਮੇਰੇ ਵੱਲੋਂ ਵੀ ਸਾਰੇ ਭੈਣਾਂ ਭਰਾਵਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ, ਨਮਸਕਾਰ ਔਰ ਆਦਾਬ। ਸੋ ਸੁਧੀਰ ਮਹਿਤਾ ਜੀ, ਜਿਹੜਾ ਹੁਣ ਥੋੜ੍ਹਾ ਜਿਹਾ ਆਪਾਂ ਦੌਰ ਜਿਹੜਾ ਹੈਗਾ ਉਹ ਕਿਉਂਕਿ ਇੱਕਦਮ ਜਿਹੜਾ ਸਾਰਾ ਕੁਛ ਆ ਅਨਐਕਸਪੈਕਟਡ ਜਿਹੜੀਆਂ ਚੀਜ਼ਾਂ ਆ ਪਈਆਂ ਆਪਣੇ ਉੱਪਰ, ਜਿਸ ਤਰ੍ਹਾਂ ਆਪਾਂ ਸੋਚਿਆ ਵੀ ਨਹੀਂ ਸੀਗਾ ਕਦੇ ਕਿ ਮਾਰਚ 15 ਨੂੰ ਆਪਾਂ ਲਾਸਟ ਪ੍ਰੋਗਰਾਮ ਕੀਤਾ ਸੀਗਾ। ਉਸ ਤੋਂ ਫਿਰ 2.5 ਮਹੀਨਿਆਂ ਬਾਅਦ ਆਪਾਂ ਅੱਜ ਫੇਰ ਦੁਬਾਰਾ ਇਕੱਠੇ ਹੋਏ ਹਾਂ, ਉਹ ਵੀ ਡਿਸਟੈਂਸ ਰੱਖ ਕੇ ਆਪਾਂ ਗੱਲਬਾਤ ਕਰ ਰਹੇ ਹਾਂ। ਸੋ ਇਹਦੇ ਵਿੱਚ ਜਿਹੜਾ ਸਾਰਾ ਕੁਛ ਹੋ ਰਿਹਾ ਇਸ ਵੇਲੇ, ਜਿਵੇਂ ਆਪਾਂ ਵੇਖੀਏ ਕਿ ਮਾਰਕੀਟ ਕਾਫੀ ਜਿਹੜੀ ਡਾਊਨ ਆਈ ਹੈਗੀ ਆ, ਲੋਕ ਡਰ ਗਏ ਸੀਗੇ ਕਿਸੇ ਨੂੰ, ਕਿਉਂਕਿ ਇਸ ਵੇਲੇ ਬਹੁਤ ਸਾਰੀਆਂ ਚੀਜ਼ਾਂ ਹੈਗੀਆਂ, ਜੋਬ ਸਿਕਿਉਰਿਟੀ ਜਿਹੜੀ ਹੈਗੀ ਆ ਉਹ ਖਤਰੇ ਦੇ ਵਿੱਚ ਆ। ਹਰ ਬੰਦਾ ਇਕਨੋਮਿਕਲੀ ਥੋੜ੍ਹਾ ਜਿਹਾ ਸੋਚਦਾ ਪੈਸੇ ਕੱਢਣ ਤੋਂ ਵੀ ਆਪਦੇ ਫਿਊਚਰ ਵਾਸਤੇ ਰੱਖ ਲਈਏ। ਉਹਦੇ ਵਿੱਚ ਸਟਰੈਸ ਵੀ ਹੈਗੀ ਆ, ਫਿਊਚਰ ਦੀ ਚਿੰਤਾ ਵੀ ਹੈਗੀ ਆ। ਸੋ ਜਿਹੜੀ ਰੀਅਲ ਸਟੇਟ ਤੁਸੀਂ ਕਿਉਂਕਿ ਇਸ ਬੈਠ ਕੇ ਤੁਸੀਂ ਕੰਮ ਕੀਤਾ, ਵਰਕ ਫਰੋਮ ਹੋਮ ਵੀ ਕੀਤਾ, ਸੋ ਕਿਸ ਤਰ੍ਹਾਂ ਦੇਖ ਰਹੇ ਹੋ ਇਹ ਸਾਰੀ ਜਿਹੜੀ ਰੀਅਲ ਸਟੇਟ ਦਾ ਦੌਰ ਜਿਹੜਾ ਹੁਣ ਚੱਲ ਰਿਹਾ, ਰੀਅਲ ਸਟੇਟ ਨੂੰ ਜਾਂ ਰੀਅਲ ਸਟੇਟ ਮਾਰਕੀਟ ਦੇ ਵਿੱਚ ਕੀ ਅਸਰ ਪਿਆ? ਦੇਖੋ ਨੀਲੇਪ ਜੀ, ਓਵਰਆਲ ਮਤਲਬ ਇਸ ਟਾਈਮ ਪੂਰੇ ਵਰਲਡ 'ਤੇ ਹੀ ਮਤਲਬ ਬਿਜ਼ਨਸ ਭਾਵੇਂ ਰੀਅਲ ਸਟੇਟ ਦਾ ਭਾਵੇਂ ਕੋਈ ਵੀ ਹੈ ਜੀ, ਹਰ ਇੱਕ ਬਿਜ਼ਨਸ ਨੂੰ ਝਟਕਾ ਲੱਗਾ ਹੈ ਜੀ। ਠੀਕ ਹੈ, ਔਰ ਜ਼ਿਆਦਾਤਰ ਲੋਕ ਹਾਲੇ ਤੱਕ ਵੀ ਘਰ ਹੀ ਬੈਠੇ ਹੈ। ਲੇਕਿਨ ਮੈਂ ਰਿਪੋਰਟ ਲੈ ਕੇ ਆਇਆ ਵਾਂ ਅਪ੍ਰੈਲ ਦੀ ਵੀ, ਮਈ ਦੀ ਵੀ ਜੀ, ਉਵੇਂ ਦੇਖਾਂਗਾ। ਲੇਕਿਨ ਇੱਕ ਗੱਲ ਜਿਹੜੀ ਹੈ ਦੇਖਣ ਵਿੱਚ ਬੜੇ ਮਤਲਬ ਇੰਪੋਰਟੈਂਟ ਹੈ, ਅਗਰ ਅਸੀਂ ਗੌਰ ਕਰੀਏ ਤਾਂ ਸਾਰਾ ਕੁਛ ਹੋਇਆ। ਈਵਨ ਰੀਅਲ ਸਟੇਟ ਦੀ ਜਿਹੜੀ ਟ੍ਰਾਂਜੈਕਸ਼ਨਸ ਮਾਰਕੀਟ ਬਹੁਤ ਡਾਊਨ ਗਈ ਹੈ ਜੀ, ਪਰ ਜਿਹੜੀ ਪ੍ਰਾਈਸ ਫੈਕਟਰ ਹੈ ਉਹ ਡਾਊਨ ਨਹੀਂ ਗਿਆ। ਉਮੀਦ ਕੀਤੀ ਜਾ ਰਹੀ ਸੀ, ਕਈ ਲੋਕ ਕਹਿ ਰਹੇ ਸੀ, ਐਕਸਪਰਟ ਵੀ ਕਹਿ ਰਹੇ ਸੀ ਵੀ ਪ੍ਰਾਈਸ ਵੀ ਡਿੱਗੇਗੀ, ਪ੍ਰਾਈਸ ਥੱਲੇ ਆਏਗੀ, ਪ੍ਰਾਈਸ ਥੱਲੇ ਆਏਗੀ। ਲੇਕਿਨ ਕਿਸੇ ਵੀ ਤਰ੍ਹਾਂ ਰੀਅਲ ਸਟੇਟ ਦੀ ਜਿਹੜੀ ਕਰਦੀ ਪ੍ਰਾਈਸ ਹੈ ਉਹ 1% ਵੀ ਥੱਲੇ ਨਹੀਂ ਆਈ, ਬਲਕਿ ਥੋੜ੍ਹਾ ਬਹੁਤ ਗ੍ਰਾਫ ਉੱਪਰ ਹੀ ਜਾ ਰਿਹਾ ਹੈ। ਹੁਣ ਜਿਵੇਂ ਮੈਂ ਤੁਹਾਨੂੰ ਉਹਦਾ ਇੱਕ ਰੀਜ਼ਨ ਹੈਗਾ ਵੀ ਹੈ ਨਾ, ਜਿਹੜਾ ਮੋਰਗੇਜ ਰੇਟ ਹੈ ਜੀ, ਮੈਂ ਰਿਪੋਰਟ ਦੀ ਗੱਲ ਵੀ ਡਿਸਕਸ ਕਰਾਂਗਾ। ਜਿਹੜਾ ਮੋਰਗੇਜ ਰੇਟ ਹੈ ਉਹ ਇਸ ਟਾਈਮ ਬਹੁਤ ਹੀ ਲੋ, ਇਸ ਟਾਈਮ 2.45 ਪ੍ਰਾਈਮ ਰੇਟ ਹੈ ਨੀਲੇਪ ਜੀ ਜੀ। ਠੀਕ ਹੈ, ਅਗਰ ਅੱਜ ਤੁਹਾਡਾ ਕ੍ਰੈਡਿਟ ਵਗੈਰਾ ਸਭ ਕੁਝ ਠੀਕ ਹੈ, ਸੋਹਣਾ ਹੈ, ਤੇ ਤੁਹਾਨੂੰ 2.3 2.4 ਤੇ ਤੁਹਾਨੂੰ 2.5 ਤੇ ਇਹਦੇ ਆਸ-ਪਾਸ ਤੁਹਾਨੂੰ ਫਿਕਸਡ ਮੋਰਗੇਜ ਵੀ ਮਿਲ ਰਹੀ ਹੈ। ਕਈ ਲੈਂਡਰ ਜਿਹੜੇ ਨੇ ਜਿਨ੍ਹਾਂ ਦਾ ਸਿਰਫ ਮੋਰਗੇਜ ਦਾ ਇੱਕ ਬਿਜ਼ਨਸ ਹੈ, ਐਡਵਰਟਾਈਜ਼ ਕਰਦੇ ਨੇ, ਉਹਨਾਂ ਦਾ ਕ੍ਰਾਈਟੇਰੀਆ ਹੈਗਾ, ਕਿਸੇ ਨੇ 1.9 1.88 ਵੀ ਕੀਤੀ ਹੋਈ ਹੈ ਫਿਕਸ ਰੇਟ 5 ਸਾਲ ਦਾ। ਇੱਕ ਫੈਕਟਰ ਤਾਂ ਇਹ ਹੈ ਕਿ ਮਾਰਗੇਜ ਰੇਟ ਜਿਹੜਾ ਡਾਊਨ ਹੋਣ ਕਰਕੇ ਥੋੜੀ ਜਿਹੜੀ ਪ੍ਰਾਈਸ ਦੀ ਸਟੇਬਿਲਿਟੀ ਉੱਥੇ ਹੀ ਹੈਗੀ ਹੈ ਜੀ। ਹਾਂ, ਸੋ ਕੀ ਇਹ ਤੁਸੀਂ ਇਹ ਜਿਹੜੀ ਪ੍ਰਾਈਸ ਦੀ ਸਟੇਬਿਲਿਟੀ ਹੈ ਇਹਨੂੰ ਟੈਂਪਰਰੀ ਦੇਖ ਰਹੇ ਹੋ ਜਾਂ ਪਰਮਾਨੈਂਟ ਹੀ ਹੈ? ਨਹੀਂ, ਹਾਲੇ ਤੱਕ ਜਿਹੜੀ ਪ੍ਰਾਈਸ ਦੀ ਸਟੇਬਿਲਿਟੀ ਮੈਨੂੰ ਥੱਲੇ, ਕਿਉਂਕਿ ਇਹ ਜਿਹੜਾ ਇੰਟਰਸਟ ਰੇਟ ਹੈ ਨਾ, ਇਹ ਉੱਤੇ ਜਾਣ ਦੀ ਸੰਭਾਵਨਾ ਬਿਲਕੁਲ ਹੀ ਘੱਟ ਹੈ। ਇਹਨਾਂ ਨੇ ਇਕਨੋਮੀ ਨੂੰ ਮੂਵੇਬਲ ਰੱਖਣਾ ਜਾਂ ਜਿਹੜੇ ਘਾਟੇ ਨਹੀਂ ਪੈਣ ਦੇਣੇ, ਤਾਂ ਇਹਨਾਂ ਨੂੰ ਜਿਹੜਾ ਬੈਂਕਸ ਹੈਗੀ ਆ ਜਾਂ ਜੋ ਵੀ ਇਕਨੋਮਿਕ ਉਹ ਥੱਲੇ ਆਉਣ ਦੀ ਉਮੀਦ ਤੇ ਹੋ ਸਕਦੀ ਹੈ ਜੀ, ਉਹਨਾਂ ਨੂੰ ਰੱਖਣੇ ਪੈਣੇ ਥੱਲੇ, ਅਦਰਵਾਈਜ਼ ਬਿਜ਼ਨਸ ਉੱਤੇ ਜਾਣ ਦੀ ਉਮੀਦ ਨਹੀਂ ਹੈ। ਐਸੇ ਵਾਸਤੇ ਜਿਹੜੇ ਬਾਇਰਸ ਨੇ ਉਹਨਾਂ ਵਾਸਤੇ ਥੋੜ੍ਹਾ ਈਜ਼ੀ ਹੈ ਘਰ ਲੈਣ ਦਾ, ਕਿਉਂਕਿ ਮੋਰਗੇਜ ਦਾ ਜਿਹੜਾ ਫੈਕਟਰ ਬੜਾ ਇੰਪੋਰਟੈਂਟ ਹੁੰਦਾ ਘਰ ਬਾਇੰਗ ਵਿੱਚ। ਹੁਣ ਅਗਰ ਦੇਖੀਏ, ਝਾਤੀ ਮਾਰੀਏ, ਫਰਵਰੀ ਦੀ ਮਾਰਚ ਦੀ ਜਿਹੜੀ ਰਿਪੋਰਟ ਅਸੀਂ ਡਿਸਕਸ ਕੀਤੀ ਸੀ ਜਦੋਂ ਅਸੀਂ ਲਾਸਟ ਪ੍ਰੋਗਰਾਮ ਆਪਣਾ ਕੀਤਾ ਸੀ, ਉਸ ਤੋਂ ਬਾਅਦ ਅਪ੍ਰੈਲ 'ਚ ਅਸੀਂ ਨਹੀਂ ਆ ਸਕੇ, ਮਈ 'ਚ ਨਹੀਂ ਆ ਸਕੇ, ਤੇ ਹੁਣ ਅਸੀਂ ਆਏ ਹਾਂ। ਤੇ ਮੈਂ ਅਪ੍ਰੈਲ ਦੀ ਔਰ ਮਈ ਦੀ ਰਿਪੋਰਟ ਲੈ ਕੇ ਆਇਆ ਵਾਂ। ਅਗਰ ਅਸੀਂ ਅਪ੍ਰੈਲ 2020 ਨੂੰ ਕੰਪੇਅਰ ਕਰਨੇ ਹਾਂ ਅਪ੍ਰੈਲ 2019 ਦੇ ਨਾਲ, ਤੇ ਨੀਲੇਪ ਜੀ ਮੈਂ ਭੈਣ ਭਰਾਵਾਂ ਨੂੰ ਵੀ ਕਹਾਂਗਾ, ਤੁਸੀਂ ਅਗਰ ਪੈਨ ਲੈ ਕੇ ਬੈਠਣਾ ਚਾਹੋ ਬੈਠ ਜਾਓ, ਨੋਟ ਕਰਨਾ ਚਾਹੋ ਨੋਟ ਵੀ ਕਰ ਲਓ। ਇਹ ਮੈਂ ਸਿਰਫ GTA ਦੀ ਗੱਲ ਕਰ ਰਿਹਾ ਜੀ। GTA ਵਿੱਚ ਅਪ੍ਰੈਲ 2019 ਵਿੱਚ 9005 ਟ੍ਰਾਂਜੈਕਸ਼ਨਸ ਹੋਈਆਂ ਸੀ ਜੀ। ਕਿੰਨੀਆਂ? 9005 ਟ੍ਰਾਂਜੈਕਸ਼ਨਸ ਇਨ ਅਪ੍ਰੈਲ 2019, ਜਦ ਕਿ 2020 ਵਿੱਚ ਅਪ੍ਰੈਲ ਦੇ ਮਹੀਨੇ ਵਿੱਚ ਹੀ ਇਹ ਟ੍ਰਾਂਜੈਕਸ਼ਨ ਜਿਹੜੀਆਂ ਨੇ ਸਾਰੀਆਂ ਹੀ 2975 ਨੇ ਜੀ। ਮਤਲਬ ਜਿਹੜੀ ਟ੍ਰਾਂਜੈਕਸ਼ਨ ਵਾਈਜ਼, ਮਤਲਬ ਅਸੀਂ ਨੂੰ ਕਹਾਂਗੇ ਬਿਜ਼ਨਸ ਜਿਹੜਾ ਥੱਲੇ ਆਇਆ ਹੈ
ਉਹ 67% ਝਟਕਾ ਲੱਗਾ ਹੈ ਅਪ੍ਰੈਲ ਨੂੰ ਕੰਪੇਅਰ ਕਰੀਏ ਬਿਜ਼ਨਸ ਤੇ ਰੀਅਲ ਸਟੇਟ ਸਿਰਫ ਜੀਡੀਏ ਵਿੱਚ। ਉਹਦੇ ਚ ਸਤੀਰ ਜੀ ਜਿਹੜੀਆਂ ਟ੍ਰਾਂਜੈਕਸ਼ਨ ਹੋਈਆਂ ਕੀ ਉਹ ਪਹਿਲਾਂ ਆਲਰੇਡੀ ਹੋ ਚੁੱਕੀਆਂ ਸੀ ਤੇ ਕਲੋਜ਼ਿੰਗ ਹੋਣੀ ਸੀਗੀ? ਨਹੀਂ, ਟ੍ਰਾਂਜੈਕਸ਼ਨ ਜਿਹੜੀਆਂ ਸਿਰਫ ਅਪ੍ਰੈਲ ਦੇ ਮਹੀਨੇ 'ਚ ਹੋਈਆਂ ਜੀ, ਜਿਹੜੀ ਮਤਲਬ ਸੇਲ ਫਰਮ ਹੋਈਆਂ ਉਹ, ਠੀਕ ਹੈ। ਹੁਣ ਅਸੀਂ 67% ਅਗਰ ਡਾਊਨਫਾਲ ਆਇਆ ਹੈ ਤੇ ਪ੍ਰਾਈਸ ਵਿੱਚ ਕੁਝ ਹੋਣਾ ਚਾਹੀਦਾ ਸੀ, ਰਾਈਟ? ਲੇਕਿਨ ਪ੍ਰਾਈਸ ਬਿਲਕੁਲ ਥੱਲੇ ਨਹੀਂ ਆਇਆ। 2019 ਅਪ੍ਰੈਲ ਦੀ ਜਿਹੜੀ ਪ੍ਰਾਈਸ ਸੀ ਐਵਰੇਜ ਕਰਦੀ ਸੀ 8,20,373 ਜੀ, ਜਦ ਕਿ ਅਪ੍ਰੈਲ 2020 ਵਿੱਚ ਜਿਹੜੀ ਐਵਰੇਜ ਪ੍ਰਾਈਸ ਕਰਨ ਦੀ ਹੈਗੀ ਹੈ ਉਹ ਹੈਗੀ 8,21,392, ਮਤਲਬ ਥੋੜਾ ਜਿਹਾ ਸਲਾਈਟਲੀ ਉੱਪਰ ਹੀ ਹੈ, ਥੱਲੇ ਨਹੀਂ ਹੈ, ਠੀਕ। ਅੱਛਾ ਜੀ, ਉਸ ਤੋਂ ਬਾਅਦ ਜਿਹੜੀ ਕਿੰਨੇ ਦਿਨ ਪ੍ਰੋਪਰਟੀ ਰਹੀ ਮਾਰਕੀਟ ਦੇ ਵਿੱਚ? ਜੀ, ਅਪ੍ਰੈਲ 2019 ਵਿੱਚ ਪ੍ਰੋਪਰਟੀ ਵਿਕਣ ਤੋਂ ਪਹਿਲੇ ਐਵਰੇਜ ਜਿਹੜੀ ਦਿਨ ਮਾਰਕੀਟ ਵਿੱਚ ਰਹੀ ਹੈ ਉਹ ਹੈਗੇ ਨੇ 28 ਦਿਨ। ਅੱਛਾ ਜੀ, ਜਦ ਕਿ ਅਪ੍ਰੈਲ 2020 ਵਿੱਚ ਹੋਈਆਂ ਘੱਟ ਟ੍ਰਾਂਜੈਕਸ਼ਨਸ, ਲੇਕਿਨ ਜਿਹੜੀ ਪ੍ਰੋਪਰਟੀ ਰਹੀ ਮਾਰਕੀਟ ਵਿੱਚ ਉਹ ਰਹੀ 24 ਦਿਨ ਤੱਕ। ਜੀ, ਹੁਣ ਇਸੇ ਤਰ੍ਹਾਂ ਮਈ ਦੇ ਮਹੀਨੇ ਮੇਰੇ ਕੋਲ ਰਿਪੋਰਟ ਹੈਗੀ ਹੈ। ਮਈ ਦੇ ਮਹੀਨੇ ਦੀ ਰਿਪੋਰਟ ਮਈ 19 ਦੇ ਨਾਲ ਅਸੀਂ ਕਰਨੇ ਕੰਪੇਅਰ। ਮਈ 2019 ਵਿੱਚ ਟ੍ਰਾਂਜੈਕਸ਼ਨ ਹੋਈਆਂ ਸੀ 9,950। ਅੱਛਾ ਜੀ, ਠੀਕ ਹੈ। ਉਸੇ ਤਰ੍ਹਾਂ ਮਈ ਦਾ ਸੇਮ ਨੇ। ਮਈ 2020 ਵਿੱਚ ਟ੍ਰਾਂਜੈਕਸ਼ਨ ਹੋਈਆਂ ਨੇ ਸਾਰੀਆਂ ਹੀ 4,606, ਮਤਲਬ ਅੱਧਿਆਂ ਤੋਂ ਵੀ ਥੋੜ੍ਹੀਆਂ ਜਿਹੀਆਂ ਘੱਟ ਹੀ ਨੇ। ਜੀ, 50% ਆਪਾਂ 53.7% ਬਿਜ਼ਨਸ ਮਈ ਨੂੰ ਕੰਪੇਅਰ ਕਰੀਏ ਪਿਛਲੇ ਸਾਲ ਡਾਊਨ ਗਿਆ ਹੈ ਮਈ ਦੇ ਮਹੀਨੇ ਵਿੱਚ। ਜਦ ਕਿ ਪ੍ਰਾਈਸ ਦੇਖੀਏ ਤੇ ਪ੍ਰਾਈਸ ਜਿਹੜੀ ਹੈ ਉੱਤੇ ਗਈ ਹੈ 3%। ਅੱਛਾ ਜੀ, ਮਈ 2019 ਵਿੱਚ ਐਵਰੇਜ ਪ੍ਰਾਈਸ ਜੀਟੀਏ ਵਿੱਚ ਹੈਗੀ ਸੀ 8,38,246। ਮਈ 2020 ਵਿੱਚ ਜਦ ਕਿ ਟ੍ਰਾਂਜੈਕਸ਼ਨ ਘੱਟ ਹੋਈਆਂ ਨੇ ਪਰ ਪ੍ਰਾਈਸ ਜਿਹੜੀ ਐਵਰੇਜ ਪ੍ਰਾਈਸ ਹੈ ਘਰ ਦੀ ਹੈਗੀ ਹੈ 8,63,599। ਮਤਲਬ ਕਹਿੰਦਾ ਹੈ ਕਿ 3% ਮਈ ਦੇ ਮਹੀਨੇ ਵਿੱਚ ਪ੍ਰਾਈਸ ਉੱਪਰ ਚਲੀ ਗਈ ਹੈ। ਅੱਛਾ ਜੀ, ਤੇ ਰਿਜ਼ਲਟ ਇਹਦਾ ਮਤਲਬ ਨੈਟ ਸ਼ੈਲ ਕਹਿੰਦਾ ਇਹੋ ਹੀ ਹੈ ਕਿ ਅਗਰ ਕੋਈ ਭੈਣ ਭਰਾ ਸੋਚ ਰਿਹਾ ਆਪਣੇ ਘਰ ਲੈਣ ਦੀ ਤੇ ਇਹ ਬਿਲਕੁਲ ਸਹੀ ਟਾਈਮ ਹੈ, ਕਿਉਂਕਿ ਪ੍ਰਾਈਸ ਹੌਲੀ ਹੌਲੀ ਉੱਤੇ ਜਾ ਰਹੀ, ਥੱਲੇ ਨਹੀਂ ਆ ਰਹੀ। ਟ੍ਰਾਂਜੈਕਸ਼ਨ ਭਾਵੇਂ ਘੱਟ ਹੋ ਰਹੀਆਂ ਨੇ, ਉਹ ਕਿਉਂ ਕਿ ਜਿਹੜੀ ਇਸ ਟਾਈਮ ਮੋਰਗੇਜ ਰੇਟ ਹੈ ਉਹ ਬਹੁਤ ਹੀ ਲੋ ਜਾ ਰਿਹਾ ਹੈ ਤੇ ਪ੍ਰਾਈਸ ਮਾਰਕੀਟ ਦੀ ਹਾਲੇ ਘਰਾਂ ਦੀ ਥੱਲੇ ਨਹੀਂ ਆ ਰਹੀ। ਤੇ ਅਗਰ ਹੁਣ ਅਸੀਂ ਦਿਨਾਂ ਦੀ ਗੱਲ ਕਰੀਏ, ਮਈ ਵਿੱਚ 2019 ਵਿੱਚ ਕਾਰ ਕਿੰਨੇ ਦਿਨ ਰਿਹਾ ਸੇਲ ਤੇ ਵਿਕਣ ਤੋਂ ਪਹਿਲੇ? 27 ਦਿਨ, ਠੀਕ ਹੈ। ਤੇ ਜਿਹੜਾ ਮਈ ਵਿੱਚ ਕਾਰ ਕਿੰਨੇ ਦਿਨ ਰਿਹਾ? ਇਹ ਜਿਹੜੀ ਆਂਦੀ ਐਵਰੇਜ ਹੈਗੀ 32 ਦਿਨ, ਠੀਕ ਹੈ। ਥੋੜਾ ਜਿਹਾ ਵਧਿਆ, ਲੇਕਿਨ ਪ੍ਰਾਈਸ ਥੱਲੇ ਨਹੀਂ ਆਈ। ਪ੍ਰਾਈਸ 3% ਪਿਛਲੇ ਸਾਲ ਤੋਂ, ਹਾਲਾਂਕਿ ਕੋਰੋਨਾ ਚੱਲ ਰਿਹਾ ਹੈ, ਸਭ ਇੰਡਸਟਰੀ ਡਾਊਨ ਨੇ, ਬਿਜ਼ਨਸ ਡਾਊਨ ਨੇ, ਸਭ ਇਸ ਦੇ ਬਾਵਜੂਦ ਵੀ ਪ੍ਰਾਈਸ 3% ਉੱਪਰ ਹੀ ਗਈ। ਇਹਦੇ ਸੁਦੀਪ ਜੀ ਇੱਕ ਚੱਕਰ ਹੋਰ ਵੀ ਹੈਗਾ, ਜੇ ਆਪਾਂ ਇਉਂ ਦੇਖੀਏ ਕਿ ਜਿਹੜੀਆਂ ਟ੍ਰਾਂਜੈਕਸ਼ਨਸ ਘੱਟ ਹੋਣ ਦਾ ਕਾਰਨ ਇਹ ਹੈ ਕਿ ਲੋਕੀ ਬਾਹਰ ਨਹੀਂ ਨਿਕਲੇ। ਹਾਂਜੀ, ਤੋ ਰੀਅਲ ਸਟੇਟ ਏਜੰਟ ਵੀ ਨਹੀਂ ਦਿਖਾ ਸਕਿਆ ਤੇ ਜਿਹੜੇ ਬਾਇਰ ਸੀ ਜਾਂ ਜਿਹੜੇ ਸੈਲਰ ਸੀ, ਸੈਲਰ ਵੀ ਕਿਸੇ ਨੂੰ ਆਪਦੇ ਘਰੇ ਨਹੀਂ ਆਉਣ ਦੇ ਰਿਹਾ ਸੀ ਔਰ ਬਾਇਰ ਵੀ ਕਿਸੇ ਦੇ ਘਰੇ ਨਹੀਂ ਜਾਣਾ। ਸਾਰੇ ਫੈਕਟਰ ਕਾਊਂਟ ਪਹਿਲਾਂ ਵੀ ਕਰ ਰਹੇ ਸੀ, ਹੁਣ ਵੀ ਕਰਨਾ, ਹੁਣ ਥੋੜਾ ਖੁੱਲ੍ਹ ਰਹੇ। ਹੁਣ ਵੀ ਜਿਹੜੀ ਪ੍ਰੋਟੋਕਾਲ ਆ ਗਈ ਸਾਨੂੰ ਪੂਰੀ ਫੋਲੋ ਕਰਕੇ ਅਸੀਂ ਮਤਲਬ ਸੋਸ਼ਲ ਡਿਸਟੈਂਸਿੰਗ ਲਾ ਕੇ, ਸੈਨੀਟਾਈਜੇਸ਼ਨ ਕਰਕੇ, ਮਾਸਕ ਲਾ ਕੇ ਤਦ ਹੀ ਜਾ ਸਕਦੇ ਹਾਂ। ਅੱਜ ਕੱਲ੍ਹ ਕੋਈ ਲਿਸਟਿੰਗ ਹੋ ਰਹੀ ਹੈ, ਸਪੈਸ਼ਲ ਲਿਖਿਆ ਜਾ ਰਿਹਾ ਹੈ। ਅਗਰ ਮੰਨ ਲਓ ਮੈਂ ਕੋਈ ਲਿਸਟਿੰਗ ਕਰਨਾ ਵਾ, ਮੈਂ ਉਹਦੇ ਪਰ ਪਲੀਜ਼ ਫੋਲੋ ਆਲ ਦੋਜ਼ ਪ੍ਰੋਟੋਕਾਲ ਸਾਰੇ। ਉਹ ਤਾਂ ਜ਼ਰੂਰੀ ਹੈ, ਉਹਦਾ ਕਿਉਂਕਿ ਆਪਾਂ ਕਿਉਂਕਿ ਜਿਹੜਾ ਕੰਟੈਕਟ ਹੈ ਨਾ ਉਹ ਨਹੀਂ ਹੋ ਰਿਹਾ। ਇਹ ਸਾਰੇ ਫੈਕਟਰ ਕੰਮ ਕਰਨੇ। ਇਹ ਫੈਕਟਰ ਜਿਹੜਾ ਕਰੋਨਾ ਦੀ ਜਿਹੜੀ ਪ੍ਰੋਬਲਮ ਹੋਈ ਹੈ, ਇਹ ਫੈਕਟਰ ਵੀ ਹੈਗੇ ਨੇ। ਦੂਸਰਾ ਫੀਅਰ ਫੈਕਟਰ ਵੀ ਮਨ 'ਚ ਹੈਗਾ। ਕਈਆਂ ਦੀ ਜੋਬ ਐਸੀ ਹੈਗੀ ਹੈ, ਕਈਆਂ ਨੂੰ ਪਰਮਾਨੈਂਟ ਲਿਆ ਵੀ ਹੋ ਗਈ ਹੈ, ਸੁਣਨ 'ਚ ਆ ਰਿਹਾ ਹੈ, ਕਈ ਨੂੰ ਟੈਂਪਰੇਰੀ ਲਿਆ ਹੋਈ ਹੈ। ਹੁਣ ਕਦੋਂ ਵਾਪਸ ਜਾਣਗੇ, ਕਦੋਂ ਨਹੀਂ ਜਾਣਗੇ, ਉਹ ਸਾਰੀਆਂ ਚੀਜ਼ਾਂ ਹੈਗੀਆਂ। ਹਾਲਾਂਕਿ ਹਰ ਪੱਖੋਂ ਸੋਸਾਇਟਲ ਗਰਾਊਂਡ 'ਤੇ ਵੀ ਤੇ ਜਿਹੜੇ ਸਰਕਾਰੀ ਮਹਿਕਮੇ ਉਹਨਾਂ ਦੀ ਗਰਾਊਂਡ 'ਤੇ ਵੀ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਹਦੇ ਨਾਲ ਮਤਲਬ ਫਾਈਟ ਕਰਨ ਦੀ, ਪਰ ਫਿਰ ਵੀ ਫੈਕਟਰ ਹੈਗਾ। ਪਰ ਇੱਕ ਗੱਲ ਹੋਵੇ ਤੇ ਜਿਹੜੀ ਰਿਪੋਰਟ ਦੱਸ ਰਹੀ ਨੇ, ਜਿਹੜੀ ਦੂਜੀ ਗੱਲ ਉਸਦੀ ਉੱਤੇ ਸੱਚ ਹੈ, ਉਹ ਹੈਗੀ ਹੈ ਰੀਅਲ ਏਸਟੇਟ ਦੀ ਪ੍ਰਾਈਸਿੰਗ ਦੀ, ਠੀਕ ਹੈ। ਹੁਣ ਪ੍ਰਾਈਸਿੰਗ ਜਿਹੜੀ ਥੱਲੇ ਨਹੀਂ ਆ ਰਹੀ, ਇਹਦਾ ਰੀਜ਼ਨ ਤਾਂ ਹੋਏਗਾ ਨਾ। ਹੁਣ
ਤੇ ਓਰੀਜਨ ਜਿਹੜੇ ਨੇ ਹੈਗੇ ਨੇ ਉਹ ਇਹੋ ਹੀ ਹੈ ਕਿ ਟਰਨ ਭਾਵੇਂ ਘੱਟ ਹੋ ਰਹੀ ਨੇ ਪਰ ਫਿਰ ਵੀ ਜਿਹੜੀ ਪ੍ਰੋਪਰਟੀ ਆਪਣੀ ਪ੍ਰਾਈਸ ਨੂੰ ਹੋਲਡ ਕਰ ਰਹੀ ਹੈ ਜੀ ਲੂਜ਼ ਨਹੀਂ ਕਰ ਰਹੀ। ਐਸੇ ਵਾਸਤੇ ਜਿਹੜੇ ਫਸਟ ਟਾਈਮ ਬਾਇਰ ਨੇ ਜਾਂ ਨਵੇਂ ਬਾਇਰ ਨੇ ਉਹ ਅਗਰ ਇਹ ਸੋਚ ਰਹੇ ਨੇ ਕਿ ਨਹੀਂ ਥੱਲੇ ਆ ਕੇ ਤਲ ਕਰਾਂਗੇ, ਹੁਣ ਇਸ ਤਰ੍ਹਾਂ ਦੇ ਕਈ ਫੋਨ ਕਾਲ ਆਉਂਦੇ ਨੇ, ਅਸੀਂ ਮਿਲਣੇ ਵੀ ਹਾਂ, ਇੱਕ 2-2 ਸਾਲ ਹੋ ਗਏ ਨੇ ਕਲਾਇੰਟ ਨੂੰ, 2-2.5 ਸਾਲ ਇੱਕ ਨੂੰ ਹੋ ਗਏ ਨੇ, ਉਹ ਵਿਚਾਰਾ ਇਹ ਵੀ ਸੋਚ ਰਿਹਾ ਕਿ ਪ੍ਰਾਈਸ ਥੱਲੇ ਆਏਗੀ, ਉਹਨੂੰ ਕਿਸੇ ਨੇ ਕਹਿ ਦਿੱਤਾ ਪ੍ਰਾਈਸ ਕਦੀ ਥੱਲੇ ਆਏਗੀ ਥੱਲੇ ਆਏਗੀ, ਉਹ ਥੱਲੇ ਨਹੀਂ। ਜਦ ਤੱਕ ਅਗਰ ਮੈਂ ਮਿਲਿਆ ਹੋਇਆ ਉਸ ਟਾਈਮ ਤੋਂ ਲੈ ਕੇ ਹੁਣ ਤੱਕ ਕਰੀਬ 18% ਦਾ ਕਰੀਬ ਵਾਧਾ ਆ ਚੁੱਕਾ ਹੈ ਜੀ, ਤੇ ਪਰ ਪ੍ਰਾਈਸ ਥੱਲੇ ਨਹੀਂ ਆ ਰਹੀ। ਤੇ ਤੁਸੀਂ ਮਤਲਬ ਅਗਰ ਸੋਚ ਰਹੇ ਹੋ ਘਰ ਲੈਣ ਦੇ ਬਾਰੇ ਜਾਂ ਘਰ ਵੇਚਣ ਦੇ ਬਾਰੇ, ਤੁਸੀਂ ਮੈਨੂੰ ਕਾਲ ਕਰ ਸਕਦੇ ਹੋ, ਮੈਂ ਤੁਹਾਨੂੰ ਪੂਰੀ ਜਾਣਕਾਰੀ ਪੇਪਰ ਤੋਂ 1-on-1 ਬੈਠ ਕੇ ਦੇ ਸਕਣਾ ਤੇ ਸਮਝਾ ਸਕਣਾ, ਫਿਰ ਤਾਂ ਕਿ ਤੁਸੀਂ ਆਪਣੇ ਜਿਹੜੇ ਡਿਸੀਜ਼ਨ ਨੇ ਉਹ ਤੁਸੀਂ ਆਪਣੇ ਹਿਸਾਬ ਨਾਲ ਡਿਸਾਈਡ ਕਰ ਸਕਦੇ ਹੋ। ਬਿਲਕੁਲ ਜੀ। ਰੀਅਲ ਸਟੇਟ ਦੀ ਲੋੜ ਜੇ ਤੁਹਾਨੂੰ ਹੈ ਕੋਈ ਵੀ, ਚਾਹੇ ਤੁਸੀਂ ਕੰਡੋ ਲੈਣੀ ਆ, ਕੋਈ ਤੁਸੀਂ ਪ੍ਰੋਪਰਟੀ ਲੈਣੀ ਹੈਗੀ ਆ, ਵੇਚਣੀ ਹੈਗੀ ਆ, ਘਰ ਲੈਣਾ ਵੇਚਣਾ ਹੈਗਾ, ਤਾਂ ਸੁਦੀਪ ਮਹਿਤਾ ਜੀ ਤੁਸੀਂ ਕਾਲ ਕਰ ਸਕਦੇ ਹੋ। ਸਕਰੀਨ 'ਤੇ ਇਹਨਾਂ ਦੇ ਨੰਬਰ ਆ ਰਹੇ ਨੇ 4166713000 ਤੇ ਤੁਸੀਂ ਕਾਲ ਕਰਕੇ ਇਹਨਾਂ ਨਾਲ ਅਪੁਆਇੰਟਮੈਂਟ ਬਣਾ ਕੇ ਤੇ ਤੁਹਾਨੂੰ ਇਹ ਤੁਹਾਡੇ ਸੁਪਨੇ ਦਾ ਘਰ ਲੈ ਕੇ ਦੇ ਸਕਦੇ ਨੇ, ਤੁਹਾਡੀ ਲੋੜ ਮੁਤਾਬਕ ਘਰ ਲੈ ਕੇ ਦੇ ਸਕਦੇ ਨੇ, ਤੁਹਾਡੇ ਨਾਲ ਬੈਠਦੇ ਨੇ, ਤੁਹਾਡਾ ਫਾਈਨੈਂਸ਼ੀਅਲ ਸਾਰਾ ਦੇਖ ਕੇ ਤੁਹਾਨੂੰ ਇਹ ਰਾਏ ਦਿੰਦੇ ਨੇ ਕਿ ਕਈ ਵਾਰੀ ਮੈਨੂੰ ਫੀਡਬੈਕ ਕਲਾਇੰਟਸ ਕੋਲੋਂ ਇਹ ਵੀ ਆਈ ਆ ਕਿ ਉਹਨਾਂ ਦਾ ਜਿਹੜਾ ਇਰਾਦਾ ਸੀਗਾ ਉਹ ਵੱਡਾ ਘਰ ਲੈਣ ਦਾ ਸੀ, ਪਰ ਜਦੋਂ ਫਾਈਨੈਂਸ਼ੀਅਲ ਸਿਚੁਏਸ਼ਨ ਦੇਖੀ ਤਾਂ ਇਹਨਾਂ ਨੇ ਜਦੋਂ ਗਾਈਡ ਕੀਤਾ ਕਿ ਨਹੀਂ ਤੁਸੀਂ ਇੰਨਾ ਘਰ ਅਫੋਰਡ ਕਰ ਸਕਦੇ ਹੋ, ਇੱਥੋਂ ਤੱਕ ਕਰ ਸਕਦੇ ਹੋ। ਸੋ ਕਈ ਵਾਰੀ ਸਾਡੇ ਕੋਲ ਮਿਸਕੈਲਕੂਲੇਸ਼ਨ ਵੀ ਹੋ ਜਾਂਦੀ ਆ ਸੁਦੀਪ ਜੀ, ਕਈ ਵਾਰੀ ਆਪਾਂ ਕਰ ਜਾਂਦੇ ਆ ਕਿ ਆਪਾਂ ਨੂੰ ਬੇਸਮੈਂਟ 'ਚੋਂ ਇੰਨੇ ਪੈਸੇ ਆ ਜਾਣਗੇ, ਆਪਾਂ ਨੂੰ ਆਪਾਂ ਰੈਂਟ ਤੇ ਇੰਨਾ ਕਰ ਲਾਂਗੇ, ਉਹ ਜਦੋਂ ਨਹੀਂ ਹੁੰਦਾ ਤੇ ਫਿਰ ਆਪਾਂ ਨੂੰ ਪ੍ਰੋਬਲਮ ਬਿਲਕੁਲ। ਦੇਖੋ ਮੈਂ ਨਾ ਤੁਹਾਨੂੰ ਯਾਦ ਹੋਇਆ ਨਰੇਪ ਜੀ, ਇੱਕ ਅਸੀਂ ਪ੍ਰੋਗਰਾਮ ਕੀਤਾ ਸੀ ਜੋ ਸਾਨੂੰ ਇਨਕਮ ਜਿਹੜੀ ਇਹਨੂੰ ਤੁਸੀਂ ਬੋਨਸ ਸਮਝ ਲਓ, ਪਰ ਇਹਦੇ ਉੱਤੇ ਤੁਸੀਂ ਬਿਲਕੁਲ ਡਿਪੈਂਡ ਹੋ ਕੇ ਇਹਨੂੰ ਬੇਸ ਬਣਾ ਕੇ ਕੋਈ ਫੈਸਲਾ ਨਾ ਕਰੋ, ਠੀਕ। ਹਾਈਪੋਥੇਸਿਸ ਦੇ ਉੱਪਰ ਰੀਅਲ ਸਟੇਟ ਵਿੱਚ ਇਨਵੈਸਟਮੈਂਟ ਨਹੀਂ ਕਰਨੀ ਚਾਹੀਦੀ, ਕਿਉਂਕਿ ਕੋਈ ਸਮੇਂ ਆ ਸਕਦਾ ਅਗਰ ਤੁਸੀਂ ਇਨਕਮ ਦੀ ਗੱਲ ਕਰਦੇ ਹੋ, ਮੰਨ ਲੈਂਦੇ ਆ ਤੁਹਾਨੂੰ ਬੇਸਮੈਂਟ ਥੋੜ੍ਹਾ ਬਹੁਤ ਆ ਰਿਹਾ ਹੈ, ਲੇਕਿਨ ਇਹ ਵੀ ਹੋ ਸਕਦਾ ਕੱਲ੍ਹ ਨੂੰ ਕੋਈ ਬਿਲਕੁਲ ਐਕਸਪੈਂਸ ਵੀ ਆ ਜਾਏ, ਠੀਕ ਹੈ ਕਿ ਨਹੀਂ। ਐਕਸਪੈਂਸ ਤਾਂ ਜੀ ਇਹ ਜਿਹੜਾ ਹੁਣ ਆਪਾਂ ਜਿਹੜੇ ਦੌਰ 'ਚੋਂ ਗੁਜ਼ਰ ਰਹੇ ਆ ਇਹ ਤਾਂ ਕਿਸੇ ਬਾਰੇ ਸੋਚਿਆ ਹੀ ਨਹੀਂ। ਸਹੀ ਗੱਲ, ਬਿਲਕੁਲ। ਹਾਂ, ਇਹ ਜਿਹੜਾ ਹੁਣ ਟਾਈਮ ਆ ਰਿਹਾ, ਜਿਹੜਾ ਹੁਣ ਟਾਈਮ ਜਿਹਦੇ ਵਿੱਚ ਆਪਾਂ ਗੁਜ਼ਰ ਰਹੇ ਆ, ਇਹਨੂੰ ਆਪਾਂ ਕਿਸੇ ਨੇ ਆਪਾਂ ਨੂੰ 1 ਮਹੀਨਾ 15 ਦਿਨ ਪਹਿਲਾਂ ਪਤਾ ਹੀ ਨਹੀਂ ਸੀਗਾ ਕਿ ਆਪਾਂ ਘਰੋਂ ਘਰੇ ਲੌਕ ਹੋ ਜਾਾਂਗੇ ਤੇ ਆਪਣੀਆਂ ਜੌਬਸ ਇਸ ਤਰ੍ਹਾਂ ਪ੍ਰੋਬਲਮ ਆਊਗੀ। ਹਾਲਾਂਕਿ ਗਵਰਨਮੈਂਟ ਨੇ ਪੂਰੇ ਆਪਦੇ ਭੰਡਾਰੇ ਖੋਲ੍ਹੇ ਆ, ਪਰ ਫਿਰ ਵੀ ਬਹੁਤ ਸਾਰੇ ਲੋਕ ਜਿਹੜੇ ਘਰ ਲੈਣ ਬਾਰੇ ਸੋਚ ਰਹੇ ਸੀਗੇ, ਜਦੋਂ ਇੱਕਦਮ ਲੇ ਆਫ ਹੋਈ ਤੇ ਉਹਨਾਂ ਨੂੰ $2,000 ਤੇ ਜਾਣਾ ਪੈ ਗਿਆ ਤੇ ਉਸ ਤੋਂ ਬੜੀਆਂ ਪ੍ਰੋਬਲਮਸ ਆਈਆਂ ਜੀ। ਇਹ ਆਪਾਂ ਨੂੰ ਸਾਰੀਆਂ ਚੀਜ਼ਾਂ ਸੋਚ ਕੇ ਫਿਰ ਆਪਾਂ ਨੂੰ ਵਿਚਾਰ ਕੇ, ਮੈਂ ਹਮੇਸ਼ਾ ਕਹਿੰਦਾ ਥੋੜਾ ਬਹੁਤ ਕੁਸ਼ਨ ਜ਼ਰੂਰ ਰੱਖ ਕੇ ਚੱਲਣਾ ਚਾਹੀਦਾ ਹੈ ਤਾਂ ਕਿ ਉਹਨੂੰ ਕਹਿੰਦੇ ਨੇ ਰੇਨੀ ਡੇਜ਼ ਵਿੱਚ ਤੁਹਾਡਾ ਥੋੜਾ ਜਿਹਾ ਹੈਲਪ ਹੋ ਜਾਏ। ਤੁਸੀਂ ਬਿਲਕੁਲ ਮੰਨ ਲਓ ਕਿ ਤੁਹਾਡੀ ਜੇਬ ਵਿੱਚ $20 ਨੇ, ਤੁਸੀਂ $16 ਖਰਚ ਕਰਕੇ $15-16 ਖਰਚ ਕਰਕੇ ਕਹਿ ਦੋ ਮੇਰੇ ਜੇਬ 'ਚ ਨਹੀਂ ਹੈਗੇ, ਤੁਸੀਂ ਮੰਨ ਲਓ ਨਹੀਂ ਹੈਗੇ, ਤਾਂ ਹੀ ਤੁਸੀਂ ਜੇ ਕਹੋਗੇ ਨਹੀਂ ਹੈਗੇ ਨੇ ਮੇਰਾ ਉੱਥੋਂ ਮੈਂ 20 ਆਣੇ ਨੇ ਕਰਨਾ, ਤੇ ਤੁਹਾਨੂੰ ਕਦੇ ਨਾ ਕਦੇ ਅਗਰ ਕਿਤੇ ਸਟਾਪੇਜ ਹੋ ਗਿਆ ਤੁਹਾਨੂੰ ਦਿੱਕਤ ਹੋ ਸਕਦੀ ਹੈ। 6 ਮਹੀਨੇ ਦੀ ਬੈਕਅਪ ਚਾਹੀਦੀ। ਹਾਂਜੀ, ਇਸ ਵਾਸਤੇ ਹਮੇਸ਼ਾ ਥੋੜਾ ਕੁਸ਼ਨ ਲੈ ਕੇ ਚੱਲੋ ਜੀ। ਤੇ ਐਸੇ ਵਾਸਤੇ ਕੋਈ ਭੈਣ ਭਰਾ ਮੇਰੇ ਬੈਠਦਾ ਨਾ ਤੇ ਕਾਪੀ ਪੈਨ ਲੈ ਕੇ ਤੁਸੀਂ ਗੱਲਬਾਤ ਕਰਨੇ ਆ ਤੇ ਫਿਰ ਉਹਨੂੰ ਵੀ ਸਮਝ ਆਉਂਦੀ ਹੈ। ਹਰ ਬੰਦਾ ਪੜ੍ਹਿਆ ਲਿਖਿਆ ਹੈ, ਕੁਝ ਚੀਜ਼ਾਂ ਹੁੰਦੀਆਂ ਨੇ ਭੈਣ ਭਰਾ ਨੂੰ ਪਤਾ ਨਹੀਂ ਹੁੰਦਾ ਜੀ। ਕਲੋਜ਼ਿੰਗ ਕਾਸਟ ਦੇ ਬਾਰੇ ਕਿਸੇ ਨੂੰ ਪਤਾ ਨਹੀਂ ਹੁੰਦਾ, ਕਲੋਜ਼ਿੰਗ ਕਾਸਟ ਕੀ ਹੁੰਦੀ ਹੈ, ਤੇ ਕਈ ਵਾਰੀ ਰੀਅਲਟਰ ਦੱਸਦੇ ਵੀ ਨਹੀਂ। ਇਹ ਵੀ ਗੱਲ ਸੱਚ ਹੈ। ਹਰ ਗੱਲ ਹਰ ਬੰਦਾ ਹਰ ਤਰੀਕੇ ਨਾਲ ਹਰ ਕਦਮ ਤੇ ਨਹੀਂ ਦੱਸਦਾ, ਉਹ ਨਹੀਂ ਦੱਸਦੇ ਨੇ ਜਿੰਨਾ ਬੰਦਾ ਪੁੱਛਦਾ ਹੈ, ਠੀਕ ਹੈ। ਤੇ ਉਹ ਵੀ ਇੱਕ ਫੈਕਟਰ ਹੈਗਾ। ਉਸ ਤੋਂ ਬਾਅਦ ਕਰਨ ਦੇ ਹੋਰ ਖਰਚੇ ਵੀ ਹੁੰਦੇ ਨੇ। ਜਦੋਂ ਤੁਸੀਂ ਘਰ ਲੈਂਦੇ ਆ ਐਕਸਾਈਟਮੈਂਟ ਹੁੰਦਾ, ਉਹ ਚਾਅ ਹੁੰਦਾ ਸੀ, ਉਹਨਾਂ ਨੂੰ ਫਸਟ ਟਾਈਮ ਬਾਹਰ ਤਾਂ ਸਾਨੂੰ ਪਤਾ ਵੀ ਨਹੀਂ ਹੁੰਦਾ, ਅਸੀਂ ਇਗਨੋਰ ਕਰ ਦਿੰਦੇ ਹਾਂ, ਉਹਨਾਂ ਬਾਰੇ ਸੋਚਦੇ ਨਹੀਂ ਹੈਗੇ, ਠੀਕ ਹੈ। ਇਸ ਵਾਸਤੇ ਤੁਸੀਂ ਬੜੀ ਸੋਹਣੀ ਗੱਲ ਕੀ ਹੈ ਵੀ ਹਾਂ ਬੰਦਾ ਕਹਿੰਦਾ ਮੈਂ ਮੇਰੀ ਬੇਸਮੈਂਟ ਹੈ ਮੈਂ ਰੈਂਟ ਤੇ ਦੇ ਦਾਂਗਾ, ਪਰ ਬਹੁਤ ਚੰਗੀ ਗੱਲ ਹੈ। ਹੋਰ ਕਹਿਣਾ ਬੜਾ ਸੌਖਾ ਹੈ, ਕੱਲ ਨੂੰ ਮੰਨ ਲਓ ਤੁਹਾਡੀ 2-3 ਮਹੀਨੇ ਖਾਲੀ ਰਹਿ ਗਈ ਜੀ, ਉਹੀ ਆ ਜੀ, ਠੀਕ ਹੈ। ਸਿਟੀ ਨੇ ਪੰਗਾ ਪਾ ਲਿਆ, ਕੋਈ ਪਤਾ ਨਹੀਂ। ਇਸ ਵਾਸਤੇ ਉਹ ਚੀਜ਼ਾਂ ਤੁਹਾਨੂੰ ਦੇਖੋ ਸਪਲੀਮੈਂਟਰੀ ਇਨਕਮ ਤੁਹਾਡੀ ਹੋ ਜਾ ਬਹੁਤ ਵਧੀਆ ਗੱਲ, ਤੁਹਾਨੂੰ ਥੋੜਾ ਪੋਜ਼ਿਟਿਵ ਜੰਪ ਦੇਗੀ, ਰਾਈਟ। ਤੁਸੀਂ ਉਹਦੇ ਉੱਪਰ ਬੈਂਕ ਨਾ ਕਰੋ, ਉਹ ਹੋ ਰਿਹਾ ਬਹੁਤ ਵਧੀਆ, ਤੁਹਾਨੂੰ ਫਾਇਦਾ ਹੋ ਰਿਹਾ, ਠੀਕ ਹੈ। ਤੁਸੀਂ ਜਿਹੜਾ ਡਿਸੀਜ਼ਨ ਆਪਣਾ ਬਣਾਉਣਾ ਹੈ, ਉਹ ਜਿਹੜੀ ਤੁਹਾਡੀ ਇਨਕਮ ਹੈਗੀ ਹੈ, ਜਿਹੜੀ ਪਰਮਾਨੈਂਟ ਤੁਹਾਡੀ ਇਨਕਮ ਹੈ, ਉਹਨੂੰ ਬੇਸ ਰੱਖਦੇ ਹੋਇਆ ਹੀ ਤੁਹਾਡੇ ਕੋਲ ਜੋ ਹੈਗਾ ਜੋ ਤੁਹਾਡਾ ਆ ਰਿਹਾ ਉਹਦੇ ਹਿਸਾਬ ਨਾਲ ਚੱਲੋ, ਤੇ ਕਦੀ ਵੀ ਤੁਹਾਨੂੰ ਕੋਈ ਵੀ ਝਟਕਾ ਅਗਰ ਆ ਵੀ ਗਿਆ ਤਾਂ ਤੁਹਾਨੂੰ ਨੁਕਸਾਨ ਹੁੰਦਾ ਨਹੀਂ ਹੋਏਗਾ, ਤੁਹਾਨੂੰ ਮਹਿਸੂਸ ਵੀ ਨਹੀਂ ਹੋਏਗਾ, ਕਿਉਂ ਕਿ ਤੁਸੀਂ ਉਸ ਕੈਲਕੂਲੇਸ਼ਨ ਨੂੰ ਬਾਹਰ ਰੱਖਿਆ ਹੋਇਆ ਜੀ।
ਸੋ ਸੁਦੀਪ ਜੀ ਤੁਹਾਡੀ ਕੀ ਰეკਮੈਂਡੇਸ਼ਨ ਹੈਗੀ ਹੈ ਜਿਹੜੇ ਆਪਣੇ ਨਿਊ ਬਾਇਰਸ ਹੈਗੇ ਆ ਜੇ ਉਹਨਾਂ ਦੀ ਜੌਬ ਸਿਕਿਉਰਿਟੀ ਹੈਗੀ ਆ, ਜੌਬ ਦਾ ਕੋਈ ਖਤਰਾ ਨਹੀਂ, ਜਾਂ ਜਿਹੜੇ ਆਪਾਂ ਕਹਿ ਸਕਦੇ ਹਾਂ ਕਿ ਕੁਝ ਕੁ ਬਿਜ਼ਨੈਸਿਸ ਵੀ ਹੈਗੇ ਆ ਵਧੀਆ ਚੱਲ ਰਹੇ ਨੇ, ਕੁਝ ਜਿਹੜੀਆਂ ਜੌਬਸ ਹੈਗੀਆਂ ਉਹ ਵੀ ਆ, ਔਰ ਸੈਲਫ ਇੰਪਲਾਇਡ ਜੌਬਸ ਵੀ ਕੁਝ ਕੁ ਵਧੀਆ ਹੈਗੀਆਂ, ਉਸ ਕੀ ਜਿਹੜੇ ਉਹ ਨਵੇਂ ਬਾਹਰ ਹੈਗੇ ਆ ਜੇ ਉਹਨਾਂ ਕੋਲ ਜੌਬ ਸਿਕਿਉਰਿਟੀ ਆ, ਤੇ ਤੁਹਾਨੂੰ ਕਿੱਦਾਂ ਲੱਗਦਾ ਵੀ ਇਹ ਜਿਹੜਾ ਬਹੁਤ ਵਧੀਆ ਟਾਈਮ ਹੈਗਾ ਇਸ ਵੇਲੇ ਘਰ ਬਾਏ ਕਰਨ ਦਾ? ਬਿਲਕੁਲ, ਮੈਂ ਇਹੋ ਹੀ ਕਹਾਂਗਾ ਕਿ ਬਹੁਤ ਵਧੀਆ ਟਾਈਮ ਹੈ, ਜ਼ਿਆਦਾ ਵੇਟ ਨਾ ਕਰੋ। ਤੁਸੀਂ ਅਗਰ ਵੇਟ ਕਰਦੇ ਰਹੋਗੇ ਤਾਂ ਪ੍ਰਾइस ਉੱਪਰ ਹੀ ਉੱਪਰ ਜਾ ਰਹੀ ਹੈ, ਕਿਉਂਕਿ ਪਹਿਲੀ ਗੱਲ ਤੇ ਹੈ ਕਿ 2.45% ਪ੍ਰਾਈਮ ਰੇਟ ਪਹਿਲੇ ਕਦੀ ਨਹੀਂ ਹੋਇਆ, ਠੀਕ ਹੈ। ਦੂਸਰੀ ਗੱਲ, ਕਦੇ ਵੀ ਤੁਹਾਨੂੰ 2.3 2.4 ਤੇ ਫਿਕਸ ਮੋਰਗੇਜ ਨਹੀਂ ਮਿਲੀ 5 ਸਾਲਾਂ ਦੀ। ਇਸ ਟਾਈਮ ਬਹੁਤ ਵਧੀਆ ਟਾਈਮ ਹੈ, ਅਗਰ ਤੁਸੀਂ ਵਾਕਈ ਸੋਚ ਰਹੇ ਹੋ ਵੀ ਮੈਂ ਘਰ ਲੈਣਾ ਹੈ ਪਰ ਮੈਂ ਜਦ ਸਾਲ ਕੋ ਵੇਟ ਕਰ ਲਵਾਂ, ਤੁਸੀਂ ਸਾਲ ਵੇਟ ਭਾਵੇਂ ਕਰ ਲਵੋ ਤੇ ਜਿਹੜੀ ਪ੍ਰਾਈਸ ਤੁਹਾਨੂੰ ਅੱਜ ਮਿਲ ਰਹੀ ਹੈ ਤੁਸੀਂ ਸਾਲ ਨੂੰ ਉਸ ਪ੍ਰਾਈਸ ਦਾ ਉੱਪਰ ਹੀ ਦਿਓਗੇ। ਜਦੋਂ ਹਾਲਾਤ ਥੋੜ੍ਹੇ ਬਹੁਤ ਸਹੀ ਹੋ ਗਏ ਤੇ ਜਿਹੜਾ ਇੰਟਰਸਟ ਰੇਟ ਹੈ ਇਹ ਵੀ ਉੱਪਰ ਜਾ ਸਕਦਾ ਹੈ ਤਦ। ਜੀ ਜੀ ਬਿਲਕੁਲ। ਸੋ ਬਹੁਤ ਵਧੀਆ ਸੁਦੀਪ ਮਹਿਤਾ ਜੀ ਨੇ ਆਪਾਂ ਨੂੰ ਦੱਸਿਆ ਕਿ ਜਿਹੜੀ ਇਸ ਵੇਲੇ ਤੁਸੀਂ ਜੇਕਰ ਸੋਚ ਰਹੇ ਹੋ ਤਾਂ ਬਹੁਤ ਹੀ ਵਧੀਆ ਟਾਈਮ ਹੈਗਾ ਜਿਹੜਾ ਬਾਏ ਕਰਨ ਦਾ, ਜਿਹੜੇ ਨਵੇਂ ਬਾਇਰਸ ਹੈਗੇ ਆ ਉਹਨਾਂ ਵਾਸਤੇ। ਤੁਸੀਂ ਮੇਰੇ ਨਾਲ ਇੱਕ ਮੀਟਿੰਗ ਕਰ ਲਓ ਜੀ, ਫੋਨ ਕਰਕੇ, ਕੋਈ ਚਾਰਜ ਨਹੀਂ, ਕੋਈ ਕੁਝ ਨਹੀਂ, ਸਿਰਫ ਇੱਕ ਫੋਨ ਕਰਨਾ ਹੈ। ਥੋੜਾ ਟਾਈਮ ਹੈ, ਤੁਸੀਂ ਮੇਰੇ ਆਫਿਸ ਆਓ, ਮੈਨੂੰ ਦੇਖੋ, ਇੱਕ ਮੀਟਿੰਗ ਕਰ ਲਓ। ਉਸ ਮੀਟਿੰਗ ਦੀ ਆਊਟਕਮ ਕਿਹੜੀ ਨਿਕਲਦੀ ਹੈ ਉਹ ਤੁਸੀਂ ਉਹਨਾਂ ਸੈਟੀਸਫਾਈ ਹੈਗੇ, ਤੁਸੀਂ ਫਿਰ ਆਪਣੇ ਆਪ ਡਿਸਾਈਡ ਕਰੋ। ਮੈਂ ਤੁਹਾਡੀ ਜ਼ਰੂਰਤ ਦੇਖ ਕੇ, ਤੁਹਾਡੀ ਜਿਹੜੀ ਨੀਡਸ ਔਰ ਵਾਂਟਸ ਦੇਖ ਕੇ ਮੈਂ ਪੂਰੀ ਤੁਹਾਡੇ ਨਾਲ ਗੱਲਬਾਤ ਕਰਕੇ ਸਾਰਾ ਕੁਝ ਜੋ ਕੁਝ ਤੁਹਾਡੇ ਪੈਰਾਮੀਟਰ ਫਿੱਟ ਹੁੰਦਾ ਹੈ, ਜੋ ਕੁਝ ਤੁਹਾਨੂੰ ਕਰਨਾ ਚਾਹੀਦਾ ਹੈ ਉਹ ਮੈਂ ਤੁਹਾਨੂੰ ਸਿਰਫ ਦੱਸ ਸਕਦਾ ਵਾ। ਮੈਂ ਫਾਇਦਾ ਤੁਸੀਂ ਆਪ ਕਰਨਾ ਹੈ। ਮੈਂ ਸਿਰਫ ਤੁਹਾਨੂੰ ਮੈਂ ਦੱਸ ਸਕਦਾ ਬਈ ਜਿਹੜੇ ਗ੍ਰਾਫ ਹੈ ਤੁਹਾਡੀ ਜ਼ਰੂਰਤ ਹਿਸਾਬ ਨਾਲ ਕੀ ਕਹਿ ਰਿਹਾ ਹੈ ਤੇ ਉਹ ਮੈਂ ਤੁਹਾਨੂੰ ਸੁਣਾ ਸਕਦਾ ਹਾਂ। ਉਸ ਤੋਂ ਬਾਅਦ ਤੁਸੀਂ ਡਿਸਾਈਡ ਕਰੋ ਕਿ ਮੈਂ ਇਸ ਪਾਸੇ ਜਾਣਾ ਹੈ ਜਾਂ ਇਸ ਪਾਸੇ ਜਾਣਾ ਹੈ। ਬਿਲਕੁਲ। ਸੋ ਕੁਝ ਨਵੀਂ ਲਿਸਟਿੰਗ ਤੁਸੀਂ ਲੈ ਕੇ ਆਏ ਹੋ ਸਾਡੇ ਵਿਊਵਰਸ ਵਾਸਤੇ, ਜੇ ਹੈਗੀ ਹੈ ਤਾਂ ਪਲੀਜ਼ ਸ਼ੇਅਰ ਜ਼ਰੂਰ ਕਰਿਓ ਉਹਨਾਂ ਦੇ ਨਾਲ। ਹਾਂਜੀ, ਨਵੀਂ ਲਿਸਟ ਮੈਂ 4 ਲਿਸਟਿੰਗਸ ਅੱਜ ਲੈ ਕੇ ਆਇਆ ਜਿਹੜੀ ਮੈਂ ਡਿਸਕਸ ਕਰਨੀ ਚਾਹਾਂਗਾ ਆਪਣੇ ਭੈਣਾਂ ਭਰਾਵਾਂ ਦੇ ਨਾਲ। ਸਭ ਤੋਂ ਪਹਿਲੀ ਲਿਸਟਿੰਗ ਹੈਗੀ ਹੈ ਟੋਰਾਂਟੋ ਵਿੱਚ ਜੇਨ ਐਂਡ ਵਿਲਸਨ ਤੇ ਬਹੁਤ ਹੀ ਸੋਹਣੀ ਪ੍ਰੋਪਰਟੀ ਆਈ ਹੈ। 5 ਬੈਡਰੂਮ ਦਾ ਘਰ ਹੈ ਉੱਪਰ ਔਰ 3 ਬੈਡਰੂਮ ਦੀ ਬੇਸਮੈਂਟ ਥੱਲੇ ਹੈ। ਬੇਸਮੈਂਟ 2 ਅਪਾਰਟਮੈਂਟ ਨੇ। ਅੱਛਾ ਜੀ। ਮਤਲਬ ਤੁਸੀਂ 2 ਡਿਫਰੈਂਟ ਟੈਨੈਂਟ ਰੱਖ ਸਕਦੇ ਹੋ। 3 ਕਿਚਨ ਨੇ ਤੇ ਇਹ 5 ਬੈਡਰੂਮ ਉੱਪਰ, 3 ਬੈਡਰੂਮ ਥੱਲੇ ਔਰ 3 ਕਿਚਨ ਨੇ ਤੇ ਇਹ ਬੜੀ ਸੋਹਣੀ ਪ੍ਰੋਪਰਟੀ ਆਈ ਹੈ ਜਿੰਦੇ ਵਿੱਚ 7 ਵਾਸ਼ਰੂਮ ਨੇ। ਅੱਛਾ, ਧਿਆਨ ਨਾਲ ਦੇਖੋ, 7 ਵਾਸ਼ਰੂਮ, 5 ਬੈਡਰੂਮ ਉੱਪਰ, 3 ਬੈਡਰੂਮ ਥੱਲੇ, 3 ਕਿਚਨ। ਅੱਛਾ, 3 ਕਿਚਨ ਮਤਲਬ ਹੋਇਆ 3 ਫੈਮਲੀਜ਼ ਰਹਿ ਸਕਦੇ ਨੇ। ਮਤਲਬ ਥੱਲੇ 2 ਫੈਮਲੀਜ਼, ਉੱਤੇ 1 ਫੈਮਲੀ, ਇਸ ਤਰ੍ਹਾਂ ਕਰਕੇ। ਔਰ ਇਹ ਜਿਹੜਾ ਘਰ ਹੈ ਇਹ 3100 ਸਕੁਅਰ ਫੁੱਟ ਦਾ ਹੈ, ਬਹੁਤ ਵੱਡਾ ਘਰ ਹੈ ਜੀ। 3100 ਸਕੁਅਰ ਫੁੱਟ ਦਾ ਘਰ ਹੈ ਤੇ ਇਹ ਘਰ ਕੁੱਲ ਮਿਲਾ ਕੇ 8 ਬੈਡਰੂਮ, 3 ਕਿਚਨ ਤੇ 7 ਵਾਸ਼ਰੂਮ। ਇਹ ਘਰ ਹੈਗਾ ਹੈ 14,75,000 ਦਾ, $1.475 ਮਿਲੀਅਨ ਜੀ। ਲੇਕਿਨ ਵੱਡੇ ਪਰਿਵਾਰ ਵਾਸਤੇ, ਜਿੱਦਾਂ ਵੱਡਾ ਪਰਿਵਾਰ ਹੈ ਜਾਂ 3 ਅਲੱਗ ਫੈਮਲੀਜ਼ ਨੇ, ਉਹ ਅਗਰ ਚਾਹੁੰਦੀਆਂ ਨੇ ਮਿਲ ਕੇ, ਹੁਣ ਕਈ ਭੈਣ ਭਰਾ ਹੁੰਦੇ ਨੇ ਚਲੋ ਵੀ ਮਿਲ ਕੇ ਅਸੀਂ ਕਰ ਲਈਏ, ਤੇ ਬਹੁਤ ਸੋਹਣੀ ਪ੍ਰੋਪਰਟੀ ਹੈਗੀ ਹੈ। ਉਹ ਨਵਾਂ ਘਰ ਹੈ ਤੇ ਜੇ ਇਹਦੇ ਬਾਰੇ ਤੁਹਾਨੂੰ ਜ਼ਿਆਦਾ ਜਾਣਕਾਰੀ ਚਾਹੀਦੀ ਹੈ ਮੈਨੂੰ ਫੋਨ ਕਰ ਲਓ। ਮੈਂ ਸੈਂਚੀ 21 ਪੀਪਲ ਚੋਇਸ ਨਾਲ ਕੰਮ ਕਰਨਾ। ਮੇਰਾ ਆਪਣਾ ਆਫਿਸ ਨੀਲੇਪ ਜੀ ਹਾਈਵੇ 27 ਅਰਬਨ ਰੋਡ ਤੇ ਹੈਗਾ, 24/7 ਐਕਸੈਸ ਹੈ। ਨੰਬਰ ਮੇਰਾ ਹੈ 416 671 3000। ਇਹ ਟੋਰਾਂਟੋ ਵਾਲੀ ਪ੍ਰੋਪਰਟੀ ਦੇ ਬਾਰੇ ਜ਼ਿਆਦਾ ਜਾਣਕਾਰੀ ਚਾਹੀਦੀ ਹੈ ਤੁਸੀਂ ਮੈਨੂੰ ਫੋਨ ਕਰ ਸਕਦੇ ਹੋ। ਇਹਦੀ ਕੀਮਤ ਹੈਗੀ ਹੈ $1.475 ਮਿਲੀਅਨ, but it is very huge home, 3100 square feet and it's 8 bedroom 7 washroom, big house for 3 different families. ਦੂਜੀ ਪ੍ਰੋਪਰਟੀ ਹੈਗੀ ਬ੍ਰਾਂਪਟਨ ਦੇ ਵਿੱਚ ਤੇ ਇਹ ਪ੍ਰੋਪਰਟੀ ਹੈਗੀ 에ਅਰਪੋਰਟ ਔਰ ਬੋਵੇਟ ਤੇ। ਇਹ ਵੀ ਡਿਟੈਚ ਘਰ ਹੈ। ਇਹ ਘਰ ਹੈਗਾ ਹੈ $6,99,900 ਦਾ, $100 ਘੱਟ, 7 ਲੱਖ ਦਾ। ਇਹ 3 ਬੈਡਰੂਮ ਔਰ 2 ਵਾਸ਼ਰੂਮ। ਅਗੇਨ 3 ਬੈਡਰੂਮ 2 ਵਾਸ਼ਰੂਮ ਡਿਟੈਚ ਹਾਊਸ ਹੈ 에ਅਰਪੋਰਟ ਰੋਡ ਔਰ ਬੋਵੇਟ ਤੇ। ਇਹ ਸਿਰਫ 7 ਲੱਖ ਦਾ। ਅੱਛਾ ਜੀ, ਠੀਕ ਹੈ। ਜ਼ਿਆਦਾ ਜਾਣਕਾਰੀ ਵਾਸਤੇ ਤੁਸੀਂ ਅੱਗੇ ਮੈਨੂੰ ਕਾਲ ਕਰ ਸਕਦੇ ਹੋ ਤੇ ਮੈਂ ਤੁਹਾਨੂੰ ਜਾਣਕਾਰੀ ਦੇ ਸਕਣਾ। ਅਗਰ ਕਿਸੇ ਭੈਣ ਭਰਾ ਦਾ ਇੰਟਰਸਟ ਬ੍ਰਾਂਪਟਨ ਦੇ ਵਿੱਚ ਬੋਵੇਟ ਔਰ 에ਅਰਪੋਰਟ ਦੇ ਕੋਲ ਪ੍ਰੋਪਰਟੀ ਲੈਂਦਾ ਹੈ। ਤੇ ਤੀਜੀ ਪ੍ਰੋਪਰਟੀ ਹੈ ਨੀਲੇਪ ਜੀ ਮੇਰੇ ਕੋਲ, ਉਹ ਹੈ ਮਿਸਿਸਾਗਾ ਦੀ। ਮੈਂ ਇੱਕ ਲੈ ਕੇ ਆਇਆ, ਇੱਕ ਮਿਸਿਸਾਗਾ ਦੀ, ਇੱਕ ਬ੍ਰਾਂਪਟਨ ਦੀ, ਇੱਕ ਟੋਰਾਂਟੋ ਦੀ, ਇੱਕ ਮਿਲਟਨ ਦੀ। ਜੀ ਹੁਣ ਮਿਸਿਸਾਗਾ ਵਿੱਚ ਇਹ ਡਿਟੈਚ ਹਾਊਸ ਹੈ ਬ੍ਰਿਟੇਨੀਆ ਔਰ ਗਲੈਨ ਐਰਨ ਦੇ ਉੱਪਰ। 4 ਬੈਡਰੂਮ
ਉੱਪਰ ਤੇ 1 ਬੈਡਰੂਮ ਥੱਲੇ ਬੇਸਮੈਂਟ ਔਰ 2 ਵਾਸ਼ਰੂਮ ਨੇ ਇਹਦੇ। ਇਹ ਘਰ ਹੈਗਾ 7,79,900 ਦਾ, ਮਤਲਬ 7,80,000 ਤੁਸੀਂ ਕਹਿ ਸਕਦੇ ਹੋ, $100 ਘੱਟ 7,80,000 ਦਾ। ਔਰ ਇਹਦੇ 4 ਬੈਡਰੂਮ ਉੱਪਰ ਹੈ ਤੇ 1 ਬੈਡਰੂਮ ਹੈ ਥੱਲੇ ਹੈ। ਤੇ ਜਿਹੜੀ ਲੋਕੇਸ਼ਨ ਅਗੇਨ ਬ੍ਰਿਟੇਨੀਆ ਐਂਡ ਗਲਨ ਐਰਨ, ਬਹੁਤ ਸੋਹਣੀ ਲੋਕੇਸ਼ਨ ਤੇ ਹੈਗਾ। ਤੇ ਇੱਕ ਕਾਰ ਜਿਹੜਾ ਹੈ, ਇੱਕ ਲਿਸਟਿੰਗ ਹੈਗੀ ਹੈ, ਇਹ ਹੈਗੀ ਮਿਲਟਨ ਵਿੱਚ। ਅਗਰ ਕਿਸੇ ਦਾ ਇੰਟਰਸਟ ਹੈਗਾ ਮਿਲਟਨ ਵਿੱਚ ਕਾਰ ਕੋਈ ਲੈਣਾ ਚਾਹੁੰਦਾ ਹੋਏ ਤੇ ਅੱਗੇ ਡਿਟੈਚ ਕਾਰ ਹੈ ਅਭੀ, ਸੌਰੀ ਇਹ ਸੈਮੀ ਡਿਟੈਚ ਹੈ, ਥॉमसन ਔਰ ਮੈਕਕੁਇਕ ਤੇ। ਇਹ ਕਾਰ ਹੈਗਾ ਹੈ 4 ਬੈਡਰੂਮ 4 ਵਾਸ਼ਰੂਮ ਤੇ 7,99,000 ਦਾ ਜੀ। ਮੈਂ $100 ਘੱਟ ਨਹੀਂ, ਹਾਂ 7,99,000 ਦਾ, ਤੇ ਮਤਲਬ $1,000 ਘੱਟ 8 ਦਾ। ਤੇ ਇਹ 4 ਬੈਡਰੂਮ 4 ਵਾਸ਼ਰੂਮ ਸੈਮੀ ਡਿਟੈਚ ਇਹ ਮਿਲਟਨ ਵਿੱਚ ਹੈਗਾ। ਤੇ ਜੇ ਕਿਸੇ ਭੈਣ ਭਰਾ ਨੂੰ ਮਿਲਟਨ ਵਿੱਚ ਘਰ ਚਾਹੀਦਾ ਹੈ ਜਾਂ ਦੇ ਬਾਰੇ ਜ਼ਿਆਦਾ ਜਾਣਕਾਰੀ ਚਾਹੀਦੀ ਹੈ, ਇਹ 4 ਪ੍ਰੋਪਰਟੀਜ਼ ਮੈਂ ਤੁਹਾਨੂੰ ਦੱਸੀਆਂ ਨੇ, ਡਿਸਕਸ ਕੀਤੀਆਂ ਨੇ। ਜ਼ਿਆਦਾ ਜਾਣਕਾਰੀ ਲਈ ਮੈਨੂੰ ਤੁਸੀਂ ਕਾਲ ਕਰ ਸਕਦੇ ਹੋ, ਤੇ ਜੇ ਤੁਸੀਂ ਦੇਖਣਾ ਚਾਹੁੰਦੇ ਹੋ ਤਾਂ ਮੈਨੂੰ ਕਾਲ ਕਰ ਸਕਦੇ ਹੋ। ਨੰਬਰ ਹੈ 416-671-3000 ਤੇ ਜਾਂ ਅਗਰ ਤੁਸੀਂ ਤੁਹਾਡੇ ਮਨ ਵਿੱਚ ਕੋਈ ਹੋਰ ਲੋਕੇਸ਼ਨ ਹੈ, ਇਹ ਤਾਂ ਸਿਰਫ ਅਸੀਂ ਪ੍ਰੋਗਰਾਮ ਵਿੱਚ ਥੋੜਾ ਬਹੁਤ ਕੀ ਚੱਲ ਰਿਹਾ, ਥੋੜਾ ਮੈਂ ਮਤਲਬ ਆਪਣੀ ਲਿਸਟਿੰਗ ਦੱਸ ਦਿੰਦਾ ਵਾ। ਇਹਦਾ ਅੰਦਾਜ਼ਾ ਜਿਹਾ ਹੋ ਜਾਂਦਾ ਕਿ ਕਿੰਨੇ ਪ੍ਰਾਈਸ ਕਿਹੜੇ ਸਿਟੀ ਦੇ ਵਿੱਚ ਹੈਗੀ ਆ, ਅਰਾਊਂਡ ਤੁਹਾਨੂੰ ਸਕੁਅਰ ਫੁੱਟ ਤੋਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ। ਤੇ ਜਿਵੇਂ ਸਦੀਪ ਜੀ ਨੇ ਦੱਸਿਆ ਕਿ ਕੋਈ ਪ੍ਰਾਈਸਾਂ ਜਿਹੜੀਆਂ ਹੈਗੀਆਂ ਘਟੀਆਂ ਨਹੀਂ ਹੈਗੀਆਂ, ਪ੍ਰਾਈਸਾਂ ਉੱਥੇ ਹੀ ਖੜੀਆਂ ਨੇ। ਟ੍ਰਾਂਜੈਕਸ਼ਨ ਘੱਟ ਹੋਈਆਂ, ਉਹਦੇ ਰੀਜ਼ਨ ਉਹਦੇ ਫੈਕਟਰ ਮਲਟੀਪਲ ਆ। ਜਿਵੇਂ ਆਪਾਂ ਕਹਿ ਸਕਦੇ ਹਾਂ ਕਿ COVID-19 ਕਰਕੇ ਜਿਹੜਾ ਲੋਕਾਂ ਦਾ ਬਾਹਰ ਆਉਣ ਜਾਣ ਘੱਟ ਸੀਗਾ, ਰੀਅਲ ਸਟੇਟ ਏਜੰਟ ਵੀ ਨਹੀਂ ਉਸ ਚੀਜ਼ ਨੂੰ ਪ੍ਰੈਫਰ ਕਰਦੇ ਸੀ, ਜਿਹੜਾ ਬਾਇਰ ਸੀ ਉਹ ਵੀ ਨਹੀਂ ਬਾਹਰ ਜਾਣਾ ਚਾਹੁੰਦਾ ਸੀ, ਜਿਹੜਾ ਸੈਲ ਕਰਨ ਵਾਲਾ ਉਹ ਵੀ ਨਹੀਂ ਚਾਹੁੰਦਾ ਸੀ ਕਿ ਸਾਡੇ ਘਰੇ ਕੋਈ ਆਵੇ, ਕਿਉਂਕਿ ਆਪਾਂ ਨੂੰ ਰਿਸਟ੍ਰਕਸ਼ਨ ਸੀਗੀਆਂ ਕਿ ਘਰੇ ਰਿਹਾ ਜਾਵੇ। ਉਹਦੇ ਨਾਲ ਸਾਰਾ ਜਿਹੜਾ ਹੈਗਾ ਆਪਣਾ ਲੋਕਡਾਊਨ ਕਹਿ ਸਕਦੇ ਹਾਂ, ਇੰਡੀਆ ਜਿਹਨੂੰ ਲੋਕਡਾਊਨ ਦਾ ਨਾਂ ਦਿੱਤਾ ਗਿਆ, ਇੱਥੇ ਵੀ ਆਪਣਾ ਲੋਕਡਾਊਨ ਸੀ। ਸਦੀਪ ਜੀ, ਜਦੋਂ ਆਪਾਂ ਡਾਊਨ ਪੇਮੈਂਟ ਦੀ ਗੱਲ ਕਰਦੇ ਹਾਂ, ਤੁਹਾਡੇ ਹਿਸਾਬ ਦੇ ਨਾਲ ਜਿਹੜੀ ਜਦੋਂ ਆਪਾਂ ਬਾਏ ਕਰਦੇ ਹਾਂ, ਚਾਹੇ ਉਹ ਫਸਟ ਟਾਈਮ ਹੋਈ, ਜਦੋਂ ਸੈਕਿੰਡ ਟਾਈਮ ਤਾਂ ਚਲੋ ਆਪਾਂ ਕਹਿ ਸਕਦੇ ਹਾਂ ਕਿ ਇੱਕ ਘਰ ਵੇਚ ਕੇ ਉਹਦੇ 'ਚੋਂ ਕੁਛ ਪ੍ਰੋਫਿਟ ਹੁੰਦਾ ਜਾਂ ਕੁਛ ਥੋੜ੍ਹੀ ਸੇਵਿੰਗ ਹੁੰਦੀ ਆ, ਤਾਂ ਸੈਕਿੰਡ ਹਾਊਸ ਦਾ ਥੋੜ੍ਹਾ ਜਿਹਾ ਬਾਅਦ ਦੇ ਵਿੱਚ ਲੈ ਜਾਂਦਾ। ਫਸਟ ਹਾਊਸ ਜਦੋਂ ਆਪਾਂ ਲੈਂਦੇ ਹਾਂ, ਸੋ ਮਿਨੀਮਮ ਜਿਹੜੀ ਡਾਊਨ ਪੇਮੈਂਟ ਕਿੰਨੀ ਚਾਹੀਦੀ ਹੈ ਘੱਟੋ ਘੱਟ, ਤਾਂ ਕਿ ਜਿਹੜੀ ਜ਼ਿੰਦਗੀ ਸੁਖਾਲੀ ਰਹੇ। ਇਹ ਨਾ ਹੋਵੇ ਕਿਤੇ ਮਿਨੀਮਮ ਡਾਊਨ ਪੇਮੈਂਟ ਨਹੀਂ ਲੇਬ ਜੀ 5% ਹੈਗੀ ਹੈ। ਅਗਰ ਤੁਸੀਂ ਜੌਬ, ਇਹ ਤਾਂ ਰਿਕਮੈਂਡਡ ਹੈ ਨਾ ਬੈਂਕ ਵਾਲੀ 5 ਸਾਨੂੰ ਚਾਹੀਦੀ। ਅਗਰ ਤੁਸੀਂ ਜੌਬ ਕਰਦੇ ਹੋ ਤੇ ਜੇ ਤੁਸੀਂ ਸੈਲਫ ਐਮਪਲੋਇਡ ਤੇ ਤਾਂ 10% ਹੁੰਦੀ ਹੈ ਜੀ, ਠੀਕ ਹੈ। ਤੇ ਹੁਣ ਅਗਰ ਤੇ ਮੰਨ ਲਓ ਤੁਹਾਨੂੰ ਪੈਸਾ ਹੈਗਾ ਹੈ, ਡਾਊਨ ਪੇਮੈਂਟ ਤੁਸੀਂ ਅਗਰ ਤੁਹਾਨੂੰ ਹੈਗਾ ਹੈ ਤੇ ਤੁਸੀਂ ਕਹਿੰਦੇ ਨਹੀਂ ਮੈਂ ਪਾਣਾ ਨਹੀਂ, ਮੈਂ ਘੱਟ ਪਾਣਾ ਚਾਹੁੰਦਾ, ਤੁਹਾਡੀ ਜਿਹੜੀ ਕਿਸ਼ਤ ਹੈ ਉਹ ਥੋੜੀ ਵੱਧਦੀ ਹੈ। ਲੇਕਿਨ ਅਗਰ ਤੁਹਾਨੂੰ ਪੈਸਾ ਹੈਗਾ ਤਾਂ ਹੋਰ ਪੈਸੇ ਤੁਸੀਂ ਯੂਜ਼ ਨਹੀਂ ਕਰਨਾ, ਤੇ ਫਿਰ ਬੈਟਰ ਇਹੋ ਹੀ ਹੈ ਕਿ ਤੁਸੀਂ ਡਾਊਨ ਪੇਮੈਂਟ ਆਪਣੀ ਜ਼ਿਆਦਾ ਕਰ ਦਿਓ, ਠੀਕ ਹੈ। ਡਾਊਨ ਪੇਮੈਂਟ ਜਦੋਂ ਜ਼ਿਆਦਾ ਹੋ ਜਾਂਦੀ ਹੈ ਤਾਂ ਤੁਹਾਡੀ ਜਿਹੜੀ ਮੋਰਗੇਜ ਹੈ ਉਹਦੇ ਵਿੱਚ ਤੁਹਾਨੂੰ ਥੋੜੀ ਆਸਾਨੀ ਹੁੰਦੀ ਹੈ, ਠੀਕ ਹੈ। ਹੁਣ 5% ਦੇ ਦੇਖੋ ਗਾਈਡਲਾਈਨ ਵੀ ਹੈਗੀ ਹੈ, ਰੂਲ ਵੀ ਹੈਗਾ, ਤੇ ਮਿਲਦੀ ਵੀ ਲੋਕਾਂ ਨੂੰ, ਐਸੀ ਗੱਲ ਨਹੀਂ ਮਿਲਦੀ। ਲੇਕਿਨ ਜਿਹੜੇ ਉਹਨਾਂ ਦੇ ਪੈਰਮਿਟਸ ਹੁੰਦੇ ਨੇ ਲੈਂਡਰਸ ਦੇ, ਬੈਂਕਰਸ ਦੇ, ਉਹ ਥੋੜੇ ਟਾਈਟ ਹੁੰਦੇ ਨੇ। ਕਈ ਵਾਰੀ 5% ਸਾਡਾ ਡਾਊਨ ਪੇਮੈਂਟ ਹੈਗੀ ਹੈ, ਲੇਕਿਨ ਦੂਜੇ ਫੈਕਟ ਸਾਡੇ ਐਵੇਂ ਨੇ, ਅਸੀਂ ਕੁਆਲੀਫਾਈ ਨਹੀਂ ਕਰ ਸਕਦੇ, ਠੀਕ ਹੈ। ਪਰ ਜੇ ਤੁਸੀਂ ਜ਼ਿਆਦਾ ਡਾਊਨ ਪੇਮੈਂਟ ਪਾ ਦਿੰਦੇ ਹੋ ਤੇ ਤੁਹਾਨੂੰ ਥੋੜਾ ਈਜ਼ੀ ਹੋ ਜਾਂਦਾ ਹੈ ਮੁਰਗੇ ਤੇ ਲੈਣਾ। ਪਰ ਅਗੇਨ ਇਹ ਜਿਹੜਾ ਥੋੜਾ ਸਪੈਸੀਫਿਕ ਸਬਜੈਕਟ ਹੈਗਾ, ਤੇ ਇਹ ਹਰ ਬੰਦੇ ਦਾ ਅਲੱਗ-ਅਲੱਗ ਮਤਲਬ ਇੰਡੀਵਿਜੂਅਲ ਅਲੱਗ-ਅਲੱਗ ਹੈ। ਅਗਰ ਕਿਸੇ ਭੈਣ ਭਰਾ ਨੂੰ ਐਵੇਂ ਦੀ ਕੋਈ ਸਮੱਸਿਆ ਆ ਰਹੀ ਹੈ, ਦਿੱਕਤ ਆ ਰਹੀ ਹੈ, ਜਾਂ ਐਵੇਂ ਦਾ ਕੋਈ ਸਵਾਲ ਤੁਹਾਡੇ ਮਨ 'ਚ ਹੈਗਾ, ਤੁਸੀਂ ਮੈਨੂੰ ਫੋਨ ਕਰੋ, ਮੇਰੇ ਨਾਲ ਅਪਾਇੰਟਮੈਂਟ ਬਣਾਓ, ਮੇਰੇ ਨਾਲ ਬੈਠੋ, ਮੈਂ ਤੁਹਾਨੂੰ ਤੁਹਾਡੀ ਸਥਿਤੀ ਦੇਖ ਕੇ ਤੁਹਾਨੂੰ ਕਲੀਅਰ ਦੱਸ ਸਕਦਾ ਵਾਂ ਵੀ ਤੁਹਾਨੂੰ ਕੀ ਕਰਨਾ ਚਾਹੀਦਾ ਹੈ ਔਰ ਕੀ ਕਰਨ ਵਿੱਚ ਤੁਹਾਡਾ ਜ਼ਿਆਦਾ ਫਾਇਦਾ ਹੈ ਜੀ। ਇੱਕ ਲਾਸਟ ਕੁਐਸਚਨ, ਤੁਸੀਂ ਜਦੋਂ ਮੌਰਗੇਜ ਦੀ ਗੱਲ ਕੀਤੀ ਹੈ, ਡਾਊਨ ਪੇਮੈਂਟ ਦੀ ਗੱਲ ਕੀਤੀ ਹੈ, ਕੀ ਤੁਸੀਂ ਜਦੋਂ ਮੌਰਗੇਜ ਲੈਣ ਦੇ ਵਿੱਚ ਹੈਲਪ ਕਰਦੇ ਹੋ, ਬਿਕਾਜ਼ ਰੀਅਲ ਸਟੇਟ ਦਾ ਤੁਸੀਂ ਕੰਮ ਕਰਦੇ ਹੋ, ਉਹਦੇ ਤੋਂ ਤੁਸੀਂ ਏਜੰਟ ਹੋ ਤੇ ਐਕਸਪਰਟ ਹੋ, ਜੇ ਕਿਸੇ ਨੂੰ ਮੌਰਗੇਜ ਦੇ ਵਿੱਚ ਹੈਲਪ ਚਾਹੀਦੀ ਹੋਵੇ ਤੁਸੀਂ ਕਰ ਸਕਦੇ ਹੋ ਹੈਲਪ? ਬਿਲਕੁਲ ਪੂਰੀ ਹੈਲਪ ਕੀਤੀ ਜਾਂਦੀ ਨੀਲੇਪ ਜੀ। ਅਗਰ ਕਿਸੇ ਵੀ ਭੈਣ ਭਰਾ ਨੂੰ ਦੇਖੋ, ਗੱਲ ਇਸ ਤਰ੍ਹਾਂ, ਮੈਂ ਆਪਣੇ ਮੂੰਹੋਂ ਕਦੇ ਨਹੀਂ ਕਹਿੰਦਾ ਕਿ ਤੁਸੀਂ ਮੇਰੀ ਗੱਲ ਮੰਨੋ ਜਾਂ ਐਵੇਂ ਕਰੋ। ਅਗਰ ਤੁਹਾਡੇ ਕੋਲ ਆਪਣਾ ਹੈਗਾ ਇੰਤਜ਼ਾਮ, ਬਹੁਤ ਵਧੀਆ ਗੱਲ ਹੈ। ਬਟ ਜੇ ਤੁਸੀਂ ਕਹਿੰਦੇ ਮੈਂ ਤੁਹਾਡੀ ਹੈਲਪ ਕਰਾਂ ਔਰ ਤੁਸੀਂ ਨਹੀਂ ਜਾਣਦੇ, ਮੈਂ ਬਿਲਕੁਲ ਥਰੂ ਆਊਟ ਫਰੋਮ ਪੁਆਇੰਟ A ਟੂ ਪੁਆਇੰਟ Z ਤੁਹਾਡੀ ਹਰ ਸਟੇਜ ਤੇ ਹੈਲਪ ਕਰ ਸਕਦਾ। ਭਾਵੇਂ ਸਮੱਸਿਆ ਮੋਰਗੇਜ ਦੀ ਹੈ, ਸਮੱਸਿਆ ਵਕੀਲ ਦੀ ਹੈ, ਸਮੱਸਿਆ ਹੋਮ ਇਨਸਪੈਕਸ਼ਨ ਦੀ ਹੈ, ਸਮੱਸਿਆ ਕਿਸੇ ਟ੍ਰਾਂਜੈਕਸ਼ਨ ਵਿੱਚ ਉਵੇਂ ਆ ਗਈ ਹੈ, ਕਿਸੇ ਵੀ ਤਰ੍ਹਾਂ ਦੀ ਕਿਸੇ ਵੀ ਸਟੇਜ ਤੇ ਅਗਰ ਤੁਹਾਡੇ ਟ੍ਰਾਂਜੈਕਸ਼ਨ ਵਿੱਚ ਕੋਈ ਵੀ ਪ੍ਰੋਬਲਮ ਆਈ ਹੈ, ਤੁਸੀਂ ਮੇਰੀ ਹੈਲਪ ਚਾਹੁੰਦੇ ਹੋ, ਤੇ ਆਈ ਐਮ ਮੋਰ ਦੈਨ ਹੈਪੀ to be there to assist you into the right direction and to take that transaction smoothly to the end.
ਤੁਹਾਨੂੰ ਕੋਈ ਦਿੱਕਤ ਨਹੀਂ ਆਏਗੀ। ਅਗਰ ਤੁਹਾਡੀ ਮੋਰਗੇਜ ਦੀ ਪ੍ਰੋਬਲਮ ਆ ਰਹੀ ਹੈ ਤੁਸੀਂ ਜਾ ਕੇ ਮੈਨੂੰ ਮਿਲੋ, ਤੁਹਾਡੀ ਮੋਰਗੇਜ ਕਰਾਉਣ ਵਿੱਚ ਵੀ ਹੈਲਪ ਪੂਰੀ ਕੀਤੀ ਜਾਏਗੀ ਔਰ ਤੁਹਾਨੂੰ ਪੂਰੀ ਕਰਾ ਕੇ ਦਿੱਤੀ ਵੀ ਜਾਏਗੀ, ਐਸੀ ਗੱਲ ਨਹੀਂ ਜੀ। ਬਿਲਕੁਲ। ਸਕਰੀਨ ਤੇ ਨੰਬਰ ਹੈ ਜੀ 416 671 3000 ਤੇ ਤੁਸੀਂ ਸੁਧੀਰ ਮਹਿਤਾ ਜੀ ਨੂੰ ਕਰ ਸਕਦੇ ਹੋ ਕਾਲ ਤੇ ਅਪਾਇੰਟਮੈਂਟ ਬਣਾ ਸਕਦੇ ਹੋ ਤੇ ਤੁਹਾਡੀ ਇਹ ਹੈਲਪ ਕਰ ਸਕਦੇ ਆ ਘਰ ਲੈ ਕੇ ਦੇਣ ਵਿੱਚ, ਘਰ ਵੇਚਣ ਦੇ ਵਿੱਚ, ਮੋਰਗੇਜ ਦਾ ਇੰਤਜ਼ਾਮ ਕਰਨ ਦੇ ਵਿੱਚ, A to Z ਟ੍ਰਾਂਜੈਕਸ਼ਨ ਜਿੱਥੋਂ ਜਿੰਨੇ ਚਿਰ ਕਲੋਜ਼ਿੰਗ ਨਹੀਂ ਹੁੰਦੀ ਤੁਹਾਨੂੰ ਸ਼ੋਇੰਗ ਤੋਂ ਲੈ ਕੇ ਕਲੋਜ਼ਿੰਗ ਤੱਕ ਜਿੰਨੇ ਚਿਰ ਤੁਹਾਡੇ ਚਾਬੀਆਂ ਹੱਥ 'ਚ ਨਹੀਂ ਆ ਜਾਂਦੀਆਂ, ਤੁਹਾਡੇ ਹਰ ਇੱਕ ਸਟੈਪ ਤੇ ਤੁਹਾਡੀ ਮਦਦ ਕੀਤੀ ਜਾ ਸਕਦੀ ਹੈ। ਸੋ ਪਲੀਜ਼ ਤੁਸੀਂ ਕਾਲ ਕਰਕੇ ਇਹਨਾਂ ਨਾਲ ਗੱਲਬਾਤ ਕਰ ਸਕਦੇ ਹੋ। ਸੁਧੀਰ ਜੀ, ਆਪਣਾ ਤਕਰੀਬਨ ਪ੍ਰੋਗਰਾਮ ਖਤਮ ਹੈ। ਤੁਸੀਂ ਕੋਈ ਉਦੋਂ ਪਹਿਲਾਂ ਕਿ ਤੁਹਾਡੀ ਜਿਹੜੀ ਇੱਕ ਕਵਿਤਾ ਅੱਜ ਕੀ ਗਜ਼ਲ ਲੈ ਕੇ ਆਏ ਜਾਂ ਕਵਿਤਾ ਜਾਂ ਗੀਤ? ਹਾਂ, ਤੁਸੀਂ ਗਜ਼ਲ ਕਹਿ ਸਕਦੇ ਹੋ, ਨਜ਼ਮ ਥੋੜਾ ਖਿਆਲ ਹੈ, ਨਜ਼ਮ ਇਹਨੂੰ ਖਿਆਲ ਕਰਨੇ ਨੇ। ਉਹ ਆਪਾਂ ਸੁਣਨ ਤੋਂ ਪਹਿਲਾਂ ਕੋਈ ਹੋਰ ਸਾਡੇ ਵਿਊਅਰਸ ਨੂੰ ਤੁਸੀਂ ਕੋਈ ਸੰਦੇਸ਼ ਦੇਣਾ ਚਾਹੁੰਦੇ ਹੋ ਐਸ ਔਖੀ ਘੜੀ ਦੇ ਵਿੱਚ? ਹਾਂਜੀ, ਮੈਂ ਇਹੋ ਕਹਾਂਗਾ ਸਾਰੇ ਭੈਣ ਭਰਾਵਾਂ ਨੂੰ, ਅਗਰ ਤੁਸੀਂ ਆਪਣਾ ਕਾਰ ਵੇਚਣਾ ਵੀ ਚਾਹੁੰਦੇ ਹੋ, ਇਸ ਟਾਈਮ ਤੁਸੀਂ ਅਪਸਾਈਜ਼ਿੰਗ ਕਰਨਾ ਚਾਹੁੰਦੇ ਹੋ, ਡਾਊਨ ਸਾਈਜ਼ਿੰਗ ਕਰਨਾ ਚਾਹੁੰਦੇ ਹੋ ਤੇ ਆਪਣੇ ਕਾਰ ਦੀ ਵੱਧ ਤੋਂ ਵੱਧ ਕੀਮਤ ਜਿਹੜੀ ਮਾਰਕੀਟ ਵਿੱਚ ਅਵੇਲੇਬਲ ਹੈ ਤੁਸੀਂ ਉਹ ਲੈਣੀ ਚਾਹੁੰਦੇ ਹੋ, ਤੁਸੀਂ ਮੈਨੂੰ ਕਾਲ ਜ਼ਰੂਰ ਕਰੋ। ਮੈਂ ਤੁਹਾਨੂੰ ਦੱਸ ਦਾਂਗਾ ਡਿਫਰੈਂਟ ਸਟ੍ਰੈਟਜੀਜ਼ ਹੁੰਦੀਆਂ ਨੇ ਜਿਹੜੀਆਂ ਅਸੀਂ ਇੰਪਲੀਮੈਂਟੇਸ਼ਨ ਦੇ ਨਾਲ ਅਸੀਂ ਕਾਰ ਦੀ ਮੈਕਸਿਮਮ ਵੈਲਿਊ ਲੈ ਲੈਂਦੇ ਹਾਂ। ਠੀਕ ਹੈ, ਤੇ ਜੇ ਤੁਸੀਂ ਕਾਰ ਲੈਣਾ ਚਾਹੁੰਦੇ ਹੋ ਔਰ ਫਸਟ ਟਾਈਮ ਬਾਇਰ ਤੁਹਾਡੇ ਮਨ ਸਵਾਲ ਨੇ, ਤੁਸੀਂ ਫੋਨ ਕਰਕੇ ਜ਼ਰੂਰ ਪੁੱਛੋ। ਮੈਂ ਤੁਹਾਨੂੰ ਸਹੀ ਸਲਾਹ ਦੇ ਸਕਦਾ ਵਾਂ ਕਿ ਤੁਹਾਨੂੰ ਕੀ ਕਰਨਾ ਚਾਹੀਦਾ ਹੈ ਔਰ ਕਿਵੇਂ ਕਰਨਾ ਚਾਹੀਦਾ ਹੈ ਤਾਂ ਕਿ ਤੁਸੀਂ ਆਪਣੇ ਡਾਲਰ ਦੀ ਮੈਕਸਿਮਮ ਵੈਲਿਊ ਲੈ ਸਕੋ। ਬਾਇਰ ਵਾਸਤੇ ਮੇਰੀ ਇਹ ਸਲਾਹ ਹੈ ਸਾਰੇ ਬਾਇਰਸ ਨੂੰ ਕਿ ਤੁਸੀਂ ਆਪਣੇ ਡਾਲਰ ਦੀ ਮੈਕਸਿਮਮ ਵੈਲਿਊ ਕਿਵੇਂ ਲੈਣੀ ਹੈ, ਉਹਦੇ ਵਾਸਤੇ ਮੈਨੂੰ ਤੁਸੀਂ ਕਾਲ ਕਰੋ। ਔਰ ਜਿਹੜੇ ਸੈਲਰਸ ਨੇ ਮੇਰੇ ਭੈਣ ਭਰਾ ਜਿਹੜੇ ਆਪਣਾ ਘਰ ਵੇਚਣਾ ਚਾਹੁੰਦੇ ਨੇ, ਉਹ ਆਪਣੇ ਘਰ ਦੀ ਮੈਕਸਿਮਮ ਕੀਮਤ ਇਸ ਟਾਈਮ ਜਿਹੜੀ ਵੀ ਮਾਰਕੀਟ ਵਿੱਚ ਅਵੇਲੇਬਲ ਹੈ ਉਸ ਘਰ ਵਾਸਤੇ ਉਹ ਕਿਵੇਂ ਲਈ ਜਾ ਸਕਦੀ ਹੈ, ਉਹਦੇ ਵਾਸਤੇ ਕੀ ਮੈਂ ਤੁਹਾਡੇ ਵਾਸਤੇ ਕਰ ਸਕਦਾ ਵਾਂ, ਉਸ ਜਾਣਕਾਰੀ ਲਈ ਤੁਸੀਂ ਮੈਨੂੰ ਕਾਲ ਜ਼ਰੂਰ ਕਰੋ। ਨੰਬਰ ਹੈ 416 671 3000 ਤੇ। ਔਰ ਦੂਜੀ ਗੱਲ, ਕਿਸੇ ਦਾ ਓਬਲੀਗੇਸ਼ਨ ਨਹੀਂ ਹੈ। ਮੈਨੂੰ ਤੁਸੀਂ ਸਵਾਲ ਪੁੱਛੋ, ਭਾਵੇਂ 10 ਸਵਾਲ ਪੁੱਛੋ, ਕੋਈ ਓਬਲੀਗੇਸ਼ਨ ਨਹੀਂ। ਮੈਂ ਤੁਹਾਨੂੰ ਇਹ ਨਹੀਂ ਕਹਾਂਗਾ ਕਿ ਨਹੀਂ ਤੁਸੀਂ ਮੇਰੇ ਨਾਲ ਇਹ ਕੰਮ ਕੀਤਾ, ਤੁਸੀਂ ਮੇਰਾ ਟਾਈਮ ਲਿਆ, ਮੇਰੇ ਨਾਲ ਕੰਮ ਕਰੋ, ਨਹੀਂ। ਤੁਹਾਨੂੰ ਪਸੰਦ ਆਏ, ਚੰਗਾ ਲੱਗੇ, ਮੇਰੀ ਗੱਲਬਾਤ ਚੰਗੀ ਲੱਗੇ, ਤੁਹਾਨੂੰ ਸਮਝ ਆਏ ਤਾਂ ਤੁਸੀਂ ਮੇਰੇ ਨਾਲ ਕੰਮ ਕਰੋ, ਨਹੀਂ ਆਏ ਤੇ ਕੋਈ ਗੱਲ ਨਹੀਂ, ਪਰ ਫਿਰ ਵੀ ਤੁਹਾਡੇ ਹਰ ਸਵਾਲ ਦਾ ਜਵਾਬ ਮੈਂ ਤੁਹਾਨੂੰ ਚੰਗੀ ਤਰ੍ਹਾਂ ਜ਼ਰੂਰ ਦਿਆਂਗਾ ਜੀ। ਬਿਲਕੁਲ ਜੀ। ਅਸੀਂ ਬਾਰ-ਬਾਰ ਉਹੀ ਨੰਬਰ ਰਿਪੀਟ ਕਰ ਰਹੇ ਹਾਂ 416 671 3000 ਸਕਰੀਨ ਤੇ ਵੀ ਆ ਰਹੇ ਨੇ। ਤੁਸੀਂ ਉਹਨਾਂ ਨਾਲ ਤੁਸੀਂ ਗੱਲਬਾਤ ਕਰ ਸਕਦੇ ਹੋ। ਰੀਅਲ ਸਟੇਟ ਦੇ ਕਿਸੇ ਵੀ ਟ੍ਰਾਂਜੈਕਸ਼ਨ ਤੁਹਾਨੂੰ ਚਾਹੀਦੀ ਆ, ਬਾਏ ਕਰਨਾ, ਤੁਸੀਂ ਵੇਚਣਾ, ਤੁਸੀਂ ਮਨੀ ਇਨਵੈਸਟ ਕਰਨੀ ਹੈਗੀ ਆ ਰੀਅਲ ਸਟੇਟ ਦੇ ਵਿੱਚ, ਫਸਟ ਟਾਈਮ ਬਾਇਰ ਹੋ, ਛੋਟਾ ਵੇਚ ਕੇ ਵੱਡਾ ਘਰ ਲੈਣਾ, ਸੋ ਸਾਰੀਆਂ ਜਿਹੜੀਆਂ ਸੇਵਾਵਾਂ ਹੈ ਸੁਧੀਰ ਮਹਿਤਾ ਜੀ ਤੁਹਾਨੂੰ ਪ੍ਰਦਾਨ ਕਰਦੇ ਨੇ। ਸੋ ਉਮੀਦ ਹੈ ਅੱਜ ਦੀ ਗੱਲਬਾਤ ਤੁਹਾਨੂੰ ਪਸੰਦ ਆਈ ਹੋਵੇਗੀ। ਔਰ ਜਾਣ ਤੋਂ ਪਹਿਲਾਂ ਅਸੀਂ ਤੁਹਾਨੂੰ ਇੱਕ ਜਿਵੇਂ ਜਿਹੜੇ ਸਾਡੇ ਰੈਗੂਲਰ ਵਿਊਅਰਸ ਨੇ ਉਹਨਾਂ ਨੂੰ ਤਾਂ ਪਤਾ ਹੈ ਕਿ ਸੁਧੀਰ ਮਹਿਤਾ ਜੀ ਬਹੁਤ ਸੋਹਣਾ ਲਿਖਦੇ ਨੇ, ਕਵਿਤਾਵਾਂ, ਗਜ਼ਲਾਂ, ਗੀਤ। ਜਿਵੇਂ ਅੱਜ ਇਹਨਾਂ ਨੇ ਕਿਹਾ ਕਿ ਖਿਆਲ ਹੈ, ਇੱਕ ਨਜ਼ਮ ਕਹਿ ਸਕਦੇ ਹਾਂ। ਸੋ ਆਪਾਂ ਉਹ ਵੀ ਇਹਨਾਂ ਕੋਲੋਂ ਸੁਣਾਂਗੇ ਤੇ ਉਸ ਤੋਂ ਬਾਅਦ ਫਿਰ ਆਪਾਂ ਇਹਨਾਂ ਕੋਲੋਂ ਇਜਾਜ਼ਤ ਲਵਾਂਗੇ। ਸੋ ਸੁਧੀਰ ਜੀ, ਕੀ ਲੈ ਕੇ ਆਏ ਹੋ ਅੱਜ? ਨਿਰਲੇਪ ਜੀ, ਸੁੰਦਰ ਖਿਆਲ ਹੈ ਅੱਜ ਜੀ। ਤੇ ਜਿਵੇਂ ਮੈਂ ਪਹਿਲੇ ਵੀ ਅਰਜ਼ ਕੀਤੀ ਸੀ ਕਿ ਮੇਰੀ ਜਿਹੜੀ ਲੇਖਣੀ ਹੈ ਉਹ ਜ਼ਿਆਦਾਤਰ ਹਿੰਦੀ ਉਰਦੂ ਵਾਲੇ ਪੱਖੋਂ ਹੈ। ਪੰਜਾਬੀ ਦੀ ਲਿਖਿਆ ਮੈਂ ਪੰਜਾਬੀ ਵਿੱਚ ਲੇਕਿਨ ਕਾਫੀ ਘੱਟ ਹੈ। ਇਹ ਵੀ ਜਿਹੜੀ ਹੈ ਇਹ ਵੀ ਪੰਜਾਬੀ ਦੀ ਨਾ ਹੋ ਕੇ मतलब हिंदी उर्दू वाला ऐसा है। कोई गल उसके कूचे में जाकर बदनाम हुए, उसके कूचे में जाकर बदनाम हुए, बामे यार पे हम नीलाम हुए। उसके कूचे में जाकर बदनाम हुए, बामे यार पे हम नीलाम हुए, ऐसे गिरे हैं नज़रों से हम लोगों की जी, ऐसे गिरे हैं नज़रों से हम लोगों की, जब भी चाहा उठना नाकाम हुए, बामे यार पे हम नीलाम हुए, जब भी चाहा उठना नाकाम हुए, बामे यार पे हम नीलाम हुए। सोचा उस गली से फिर गुजरूं मगर, सोचा उस गली से फिर गुजरूं मगर, दिल लगी उसकी के चर्चे आम हुए, बामे यार पे जाके बामे यार पे हम नीलाम हुए, दिल लगी उसकी के चर्चे आम हुए, बामे यार पे हम नीलाम हुए।
आरजू नहीं सुधीर अब दिल लगाने की, आरजू नहीं सुधीर अब दिल लगाने की, जलवे भी उसके आज गैरों के नाम हुए, बामे यार पे हम नीलाम हुए, जलवे भी उसके आज गैरों के नाम हुए, बामे यार पे हम नीलाम हुए, उसके कूचे में जाकर बदनाम हुए, उसके कूचे में जाकर बदनाम हुए, बामे यार पे हम नीलाम हुए। ਸੁਧੀਰ ਜੀ ਬਹੁਤ ਬਹੁਤ ਤੁਹਾਡਾ ਧੰਨਵਾਦ। ਬੜੀ ਬਾਕਮਾਲ ਇਹਨਾਂ ਨੇ ਜਿਹੜਾ ਖਿਆਲ ਸੀ, ਇੱਕ ਨਜ਼ਮ ਸੀ ਆਪਣੇ ਨਾਲ ਸਾਂਝੀ ਕੀਤੀ ਆ। ਔਰ ਅਸੀਂ ਹਰ ਪ੍ਰੋਗਰਾਮ ਜਿਹੜਾ ਸਾਡਾ ਰੀਅਲ ਸਟੇਟ ਟਾਕ ਹੁੰਦਾ ਉਹਦੇ ਵਿੱਚ ਅਸੀਂ ਗੱਲਬਾਤ ਕਰਦੇ ਹਾਂ। ਔਰ ਗੱਲਬਾਤ ਤੋਂ ਬਾਅਦ ਫਿਰ ਇਹਨਾਂ ਦੀ ਇੱਕ ਗਜ਼ਲ ਜ਼ਰੂਰ ਆਪਾਂ, ਗਜ਼ਲ ਗੀਤ ਨਜ਼ਮ ਜੋ ਵੀ ਉਹਨੂੰ ਤੁਸੀਂ ਨਾਮ ਦੇ ਲਓ, ਸ਼ਾਇਰੀ ਕਹਿ ਲਓ, ਇੱਕ ਇਹਨਾਂ ਦੀ ਜਿਹੜੀ ਕਲਾਕਿਰਤ ਹੈਗੀ ਆ ਉਹ ਆਪਾਂ ਆਪਣੇ ਨਾਲ ਸਾਂਝੀ ਕਰਦੇ ਆ। ਔਰ ਇੱਕ ਇਹਨਾਂ ਦਾ ਪ੍ਰੋਗਰਾਮ ਮਹਿਫਲ TV ਦੇ ਉੱਪਰ ਭੁੱਲੀ ਬਿਸਰੀ ਯਾਦਾਂ ਵੀ ਆਉਂਦਾ ਹੈਗਾ, ਉਹ ਵੀ ਤੁਸੀਂ ਜ਼ਰੂਰ ਦੇਖਿਆ ਕਰੋ। ਉਹਦੇ ਵਿੱਚ ਵੀ ਕਾਫੀ ਸਾਰੇ ਜਿਹੜੇ ਸ਼ੇਅਰ ਹੁੰਦੇ ਆ ਇਹਨਾਂ ਦੇ ਲਿਖੇ ਹੋਏ, ਐਂਡ ਨਾਲ ਦੀ ਨਾਲ ਜਿਹੜੇ ਪੁਰਾਣੇ ਗੀਤ ਹੁੰਦੇ ਆ ਬੜੀ ਮਿਹਨਤ ਦੇ ਨਾਲ ਇਹ ਲੱਭ ਕੇ ਲਿਆਉਂਦੇ ਆ ਅਤੇ ਉਹ ਅਸੀਂ ਬਰੋਡਕਾਸਟ ਕਰਦੇ ਹਾਂ ਮਹਿਫਲ TV ਦੇ ਉੱਪਰੋਂ। ਸੋ ਉਮੀਦ ਆ ਅੱਜ ਦਾ ਜਿਹੜਾ ਪ੍ਰੋਗਰਾਮ ਤੁਹਾਨੂੰ ਪਸੰਦ ਆਇਆ ਹੋਵੇਗਾ। ਸੋ ਰੀਅਲ ਸਟੇਟ ਦਾ ਕੋਈ ਵੀ ਤੁਹਾਨੂੰ ਲੋੜ ਹੈਗੀ ਆ, ਘਰ ਵੇਚਣਾ, ਲੈਣਾ, ਪ੍ਰੋਪਰਟੀ ਇਨਵੈਸਟ ਕਰਨੀ ਹੈ, ਫਾਰਮ ਲੈਣਾ, ਅਪਾਰਟਮੈਂਟ ਲੈਣੀ ਹੈ, ਰੀਅਲ ਸਟੇਟ ਦੀ ਕਿਸੇ ਵੀ ਲੋੜ ਨੂੰ ਇਹ ਤੁਹਾਡੀ ਜਿਹੜੀ ਹੈਗੀ ਆ ਆਪਦੀ ਲੋੜ ਬਣਾ ਕੇ A to Z ਜਿੱਤਣੀ ਆਪਾਂ ਜਿੱਥੋਂ ਕਹਿ ਦਿੰਦੇ ਹਾਂ, ਦਿਖਾਉਣ ਤੋਂ ਲੈ ਕੇ ਕਲੋਜ਼ਿੰਗ ਤੱਕ ਜਿੰਨਾ ਚਿਰ ਚਾਬੀ ਤੁਹਾਡੇ ਹੱਥ ਨਹੀਂ ਆ ਜਾਂਦੀ ਉਹਨਾਂ ਚਿਰ ਤੁਹਾਡੇ ਨਾਲ ਕੰਮ ਕਰਦੇ ਆ। ਔਰ ਹਰ ਇੱਕ ਸਟੈਪ 'ਤੇ ਕੰਮ ਕਰਦੇ ਆ, ਚਾਹੇ ਹੋਮ ਇੰਸਪੈਕਸ਼ਨ ਹੋਵੇ, ਚਾਹੇ ਮੌਰਗੇਜ ਹੋਵੇ, ਚਾਹੇ ਟੁੱਟ ਭੱਜ ਜੋ ਵੀ ਠੀਕ ਕਰਾਉਣਾ, ਉਹ ਸਾਰਾ ਕੁਛ ਇਹਨਾਂ ਦਾ ਜਮ੍ਹਾਂ ਹੁੰਦਾ। ਸੋ ਪਲੀਜ਼ ਜੇਕਰ ਤੁਹਾਨੂੰ ਰੀਅਲ ਸਟੇਟ ਦਾ ਇਸ ਵੇਲੇ ਲੋੜ ਹੈਗੀ ਆ ਤਾਂ ਇਹਨਾਂ ਨੂੰ ਕਾਲ ਕਰੋ 416 671 3000 'ਤੇ। ਸੋ ਉਮੀਦ ਹੈ ਅੱਜ ਦੀ ਗੱਲਬਾਤ ਤੁਹਾਨੂੰ ਪਸੰਦ ਆਈ ਹੋਵੇਗੀ। ਅਸੀਂ ਅਗਲੇ ਹਫਤੇ ਜੇ ਰੱਬ ਨੇ ਚਾਹਿਆ ਤਾਂ ਅਸੀਂ ਫਿਰ ਤੁਹਾਡੇ ਨਾਲ ਮੁਲਾਕਾਤ ਕਰਾਂਗੇ ਔਰ ਇੱਕ ਨਵਾਂ ਐਪੀਸੋਡ ਲੈ ਕੇ ਆਵਾਂਗੇ ਅਤੇ ਨਵੀਂ ਲਿਸਟਿੰਗ ਅਤੇ ਨਵਾਂ ਸਾਰਾ ਤੁਹਾਡੇ ਲਈ ਅਪ ਟੂ ਡੇਟ ਜਿਹੜੀਆਂ ਉਦੋਂ ਤੱਕ ਹੋਣਗੀਆਂ ਉਹ ਤੁਹਾਡੇ ਨਾਲ ਸਾਂਝੀਆਂ ਕਰਾਂਗੇ। ਸੋ ਉਮੀਦ ਹੈ ਪ੍ਰੋਗਰਾਮ ਪਸੰਦ ਆਇਆ ਹੋਵੇਗਾ। ਸਾਨੂੰ ਦੇ ਇੱਥੇ ਇਜਾਜ਼ਤ, ਅਗਲੇ ਹਫ਼ਤੇ ਫਿਰ ਮਿਲਦੇ ਹਾਂ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ।